सत श्री अकाल मेरे प्यारे बच्चों। अज असी ये वीडियो 9th क्लास लई अप्रैल मई सिलेबस के अकॉर्डिंग बनाई है। असी अज 9वीं क्लास का 8वां अध्याय जिसका नाम की है गति मोशन बारे पढ़ांगे। चलो जी अज की वीडियो शुरू करते हैं। अध्याय 8 गति या फिर मोशन। सबनों पता है ना कि गति की होंदी है जब कोई चीज़ एक जगह तो दूसरी जगह जाती है, ठीक है, तो असी आम तर उन्होंने कह देंगे कि वह गति में आ गई। ठीक है, जेकर कोई चीज़ एक जगह पई रही असी कई दिन देखिए उस जगह पई है, ठीक है, असी क्या कहते उन्होंने स्थिर है, वो है ना, वो विराम अवस्था च है, तो उन्होंने असी क्या कहते वो गति च नहीं है। ठीक है, गति च फिर किहड़ी चीज़ होगी जिहड़ी चीज़ नूं असी चलदा फिरदा देखते हैं ना, एक जगह तो दूसरी जगह जिहड़ी जाती है अपनी जगह बदलती उन्होंने असी ज़्यादातर क्या कहते वो गति दे विच आ गई। ठीक है, चलो शुरू करिए। फिर असी रोज़ाना जिंदगी विच कुछ वस्तुओं नूं विराम अवस्था विच अते कुछ वस्तुओं नूं गति अवस्था विच वेखदे हां। ठीक है, असी रोज़ देखते ही हाँ कि कई चीज़ां रैसट या फिर विराम अवस्था च हुंदियां। ठीक है, कुछ चीज़ां मोशन या फिर गति दे विच हुंदियां। जिद्दां पंछी उड़ते हैं, पंछी गति च हो गए। मच्छियां तैरदियां हैं, ये भी गति च है। खून का प्रभाव ये भी गति च है। नाड़ियां ते धमनियां विचों वगदा है, खून साडा नाड़ियां ते धमनियां चों वगदा है, ये भी साडी गति विच है। ठीक है, अते गड्डियां चलदियां ने, सारियां गति विच दसियां है ना। परमाणु अणु ग्रह तारे अते आकाश गंगा सारे ही गति अवस्था विच हैं। ये सारियां चीज़ां क्या है गति अवस्था दे विच है। ठीक है, ਅਸੀਂ ਅਕਸਰ ਇਹ ਸਮਝਦੇ ਹਾਂ ਕਿ ਕੋਈ ਵਸਤੂ ਗਤੀ ਵਿੱਚ ਉਦੋਂ ਹੀ ਜਦੋਂ ਉਹ ਸਮੇਂ ਦੇ ਨਾਲ ਆਪਣੀ ਸਥਿਤੀ ਬਦਲਦੀ ਹੋਵੇ। ਹੁਣ ਅਸੀਂ ਕਿਆ ਕਹਿ ਸਕਦੇ ਵੀ ਗਤੀ ਅਸੀਂ ਕਿਸ ਵੇਲੇ ਕਹਿੰਦੇ ਆ ਜਦ ਕੋਈ ਚੀਜ਼, ਠੀਕ ਹੈ, ਆਪਣੀ ਸਥਿਤੀ ਬਦਲੇ, ਆਪਣੀ ਜਗ੍ਹਾ ਨੂੰ ਬਦਲੇ। ਠੀਕ ਹੈ, ਕਿੱਦਾਂ ਬਦਲੇ ਉਹਦੇ ਆਲੇ ਦੁਆਲੇ ਦੇ ਅਕੋਰਡਿੰਗ। ਠੀਕ ਹੈ ਨਾ, ਉਹਦਾ ਜਿਹੜਾ ਆਲਾ ਦੁਆਲਾ ਹੈ ਉਸ ਦੇ ਹਿਸਾਬ ਦੇ ਨਾਲ ਜੇਕਰ ਕੋਈ ਚੀਜ਼ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਰਹੀ ਤਾਂ ਅਸੀਂ ਉਹਨੂੰ ਕਹਿ ਦਿੰਦੇ ਉਹ ਕਿਆ ਹੈ ਗਤੀ ਦੇ ਵਿੱਚ ਤੀ। ਠੀਕ ਹੈ, ਫਿਰ ਵੀ ਕੁਝ ਇਹੋ ਜਿਹੀਆਂ ਅਵਸਥਾਵਾਂ ਵੀ ਹਨ ਜਿੱਥੇ ਗਤੀ ਨੂੰ ਅਸਿੱਧੇ ਪ੍ਰਮਾਣਾਂ ਰਾਹੀਂ ਦੱਸਿਆ ਜਾਂਦਾ ਹੈ। ਕਿਤੇ ਕਿਤੇ ਗਤੀ ਸਿੱਧੀ ਤੌਰ 'ਤੇ ਨਹੀਂ ਦੱਸੀ ਜਾਂਦੀ। ਠੀਕ ਹੈ, ਕਿੱਦਾਂ? ਉਦਾਹਰਣ ਵਜੋਂ ਅਸੀਂ ਹਵਾ ਦੀ ਗਤੀ ਦਾ ਅੰਦਾਜ਼ਾ ਧੂੜ ਕਣਾਂ ਦੇ ਉੱਡਣ ਨਾਲ, ਜਦ ਹਵਾ ਚੱਲਦੀ ਆ ਆਪਾਂ ਕਿਹੜਾ ਉਹਨੂੰ ਕਹਿ ਦਿੰਦੇ ਵੀ ਉਹ ਗਤੀ 'ਚ ਹੈ, ਹਵਾ ਤਾਂ ਦਿਖਦੀ ਨਹੀਂ। ਹੁਣ ਅਸੀਂ ਅੰਦਾਜ਼ਾ ਲਗਾਉਂਦੇ ਉਹਦਾ ਕਿਸ ਤਰ੍ਹਾਂ, ਅਸੀਂ ਦੇਖਦੇ ਵੀ ਪੱਤੇ ਹਿਲਦੇ ਆ, ਪੱਤੇ ਹਿਲਦੇ ਇਹਦਾ ਮਤਲਬ ਹਵਾ ਚੱਲਦੀ ਹੈ। ਠੀਕ ਹੈ, ਉਹ ਗਤੀ ਦੇ ਵਿੱਚ ਹੈ। ਰੁੱਖਾਂ ਦੀਆਂ ਟਹਿਣੀਆਂ ਅਤੇ ਪੱਤਿਆਂ ਦੀ ਹਿਲਜੁਲ ਤੋਂ ਲਗਾਉਂਦੇ ਹਾਂ। ਠੀਕ ਹੈ ਨਾ, ਰੁੱਖਾਂ ਦੀ ਟਹਿਣੀਆਂ ਅਤੇ ਪੱਤਿਆਂ ਤੋਂ ਸਾਨੂੰ ਹਿੱਲਣੇ 'ਤੇ ਪਤਾ ਲੱਗਦਾ ਕਿ ਹਵਾ ਚੱਲ ਰਹੀ ਹੈ, ਹਵਾ ਗਤੀ ਦੇ ਵਿੱਚ ਹੈ। ਠੀਕ ਹੈ, ਏਅਰ ਸਾਡੀ ਹੈ ਗਤੀ ਦੇ ਵਿੱਚ ਹੈ। ਸੂਰਜ ਦੇ ਚੜ੍ਹਨ ਛਿਪਣ ਅਤੇ ਮੌਸਮਾਂ ਵਿੱਚ ਤਬਦੀਲੀ ਦੇ ਕੀ ਕਾਰਨ ਹਨ, ਇਹ ਵੀ ਗਤੀ ਦੇ ਨਾਲ ਹੀ ਸੰਬੰਧਿਤ ਹੈ ਨਾ। ਧਰਤੀ ਕਿਸ ਤਰ੍ਹਾਂ ਘੁੰਮਦੀ, ਸੂਰਜ ਦੇ ਆਲੇ ਦੁਆਲੇ, ਆਪਣੀ ਧੁਰੀ ਦੇ ਦੁਆਲੇ, ਉਹਦੇ ਉੱਤੇ ਨਿਰਭਰ ਹੈ ਨਾ। ਕੀ ਇਹ ਧਰਤੀ ਦੀ ਗਤੀ ਦੇ ਕਾਰਨ ਹੁੰਦੇ ਜਾਂ ਵਾਪਰਦੇ ਹਨ? ਹਾਂਜੀ ਬਿਲਕੁਲ, ਧਰਤੀ ਦੀ ਗਤੀ ਦੇ ਕਾਰਨ ਹੀ ਹੁੰਦੇ ਆ। ਜੇ ਇਹ ਸੱਚ ਹੈ ਤਾਂ ਅਸੀਂ ਧਰਤੀ ਦੀ ਗਤੀ ਦਾ ਅੰਦਾਜ਼ਾ ਸਿੱਧੇ ਤੌਰ 'ਤੇ ਕਿਉਂ ਨਹੀਂ ਲਗਾ ਸਕਦੇ? ਹੁਣ ਅਸੀਂ ਕਹਿੰਦੇ ਧਰਤੀ ਦੀ ਗਤੀ ਦਾ ਅੰਦਾਜ਼ਾ ਆਪਾਂ ਸਿੱਧਾ ਦੇਖ ਕੇ ਕਿਉਂ ਨਹੀਂ ਲਗਾ ਸਕਦੇ? ਹੁਣ ਅਸੀਂ ਧਰਤੀ ਦੇ ਉੱਪਰ ਹੀ ਬੈਠੇ ਹਾਂ, ਅਸੀਂ ਕਹਿੰਦੇ ਧਰਤੀ ਗਤੀ ਦੇ ਵਿੱਚ ਹੈ, ਪਰ ਸਾਨੂੰ ਬੈਠਿਆਂ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਧਰਤੀ ਗਤੀ ਦੇ ਵਿੱਚ ਹੈ। ਕੀ ਹੁੰਦਾ, ਜਿਹੜੀ ਚੀਜ਼ ਉਸ ਦੇ ਉੱਪਰ ਹੁੰਦੀ, ਕੋਈ ਚੀਜ਼ ਘੁੰਮ ਰਹੀ ਹੈ, ਉਸ ਦੇ ਉੱਤੇ ਜਿਹੜੀ ਚੀਜ਼ ਹੈ ਨਾ ਉਹਦੇ ਨਾਲ ਜੁੜੀ ਹੋਈ ਹੈ। ਠੀਕ ਹੈ, ਜਦੋਂ ਜੁੜੀ ਹੋਈ ਹੁੰਦੀ ਤਾਂ ਉਸ ਨੂੰ, ਜਿਸ ਚੀਜ਼ ਦੇ ਉੱਤੇ ਉਹ ਹੈਗੀ ਹੈ, ਉਹਨੂੰ ਉਸ ਚੀਜ਼ ਦਾ ਪਤਾ ਨਹੀਂ ਲੱਗਦਾ, ਉਹਦੀ ਗਤੀ ਦਾ ਪਤਾ ਨਹੀਂ ਲੱਗਦਾ। ਮੰਨ ਲਓ ਜਿੱਦਾਂ ਇਹ ਸਾਡੀ ਧਰਤੀ ਹੈ, ਠੀਕ ਹੈ, ਇਹ ਧਰਤੀ 'ਤੇ ਅਸੀਂ ਖੜ੍ਹੇ ਹਾਂ ਅਤੇ ਧਰਤੀ ਦਾ ਸਾਨੂੰ ਪਤਾ ਹੀ ਘੁੰਮਦੀ ਹੈ। ਮੰਨ ਲਓ ਇਸ ਪਾਸੇ ਨੂੰ ਘੁੰਮ ਰਹੀ ਹੈ, ਠੀਕ ਹੈ, ਪਰ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਧਰਤੀ ਘੁੰਮ ਰਹੀ ਹੈ, ਸਾਨੂੰ ਤਾਂ ਲੱਗਦਾ ਧਰਤੀ ਖੜ੍ਹੀ ਹੋਈ ਹੈ। ਠੀਕ ਹੈ, ਅਤੇ ਅਸੀਂ ਜੇ ਪਤਾ ਕਦੋਂ ਲੱਗਣਾ, ਜਦ ਅਸੀਂ ਕਿਤੇ ਬਾਹਰ ਜਾ ਕੇ ਸਪੇਸ ਦੇ ਵਿੱਚ, ਠੀਕ ਹੈ, ਜਾ ਕੇ ਦੇਖੀਏ ਕਿਸ ਤਰ੍ਹਾਂ ਚੰਦਰਮੇ ਦੇ ਉੱਤੇ ਖੜ੍ਹੇ ਹੋਈਏ ਤਾਂ ਉੱਥੇ ਤਾਂ ਪਤਾ ਲੱਗਦਾ ਵੀ ਧਰਤੀ ਘੁੰਮਦੀ ਹੈ। ਹੁਣ ਸਾਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਧਰਤੀ ਘੁੰਮ ਰਹੀ ਹੈ? ਠੀਕ ਹੈ, ਇਹ ਕਿਉਂ ਨਹੀਂ ਪਤਾ ਲੱਗਦਾ? ਕਿਉਂਕਿ ਅਸੀਂ ਧਰਤੀ ਦੇ ਨਾਲ ਜੁੜੇ ਹੋਏ ਹਾਂ। ਠੀਕ ਹੈ ਨਾ, ਅਸੀਂ ਧਰਤੀ ਦੇ ਨਾਲ ਜੁੜੇ ਹੋਏ ਹਾਂ। ਜਿਹੜੀਆਂ ਦੋ ਚੀਜ਼ਾਂ ਜੁੜ ਜਾਂਦੀਆਂ ਨਾ ਜਦ ਇੱਕ ਦੂਸਰੇ ਦੇ ਨਾਲ, ਇਹ ਕਿੱਦਾਂ ਜੁੜੇ ਹੋਏ ਅਸੀਂ? ਗ੍ਰੈਵਿਟੀ ਦੇ ਨਾਲ, ਗੁਰੂਤਵਾਕਰਸ਼ਣ ਦੇ ਨਾਲ।
ਠੀਕ ਹੈ ਨਾ, ਉਹਦੇ ਨਾਲ ਅਸੀਂ ਜੁੜੇ ਹੋਏ ਧਰਤੀ ਦੇ ਨਾਲ, ਅਤੇ ਉਹਦੇ ਕਰਕੇ ਸਾਨੂੰ ਇਸ ਬਾਰੇ ਪਤਾ ਨਹੀਂ ਚੱਲਦਾ ਕਿ ਧਰਤੀ ਘੁੰਮ ਰਹੀ ਹੈ ਜਾਂ ਨਹੀਂ ਘੁੰਮ ਰਹੀ। ਠੀਕ ਹੈ ਬੱਚਿਓ, ਚਲੋ ਅੱਗੇ ਚੱਲਦੇ। ਕਿਸੇ ਇੱਕ ਵਿਅਕਤੀ ਲਈ ਕੋਈ ਵਸਤੂ ਗਤੀ ਅਵਸਥਾ ਵਿੱਚ ਪ੍ਰਤੀਤ ਹੋ ਸਕਦੀ ਹੈ, ਪਰੰਤੂ ਦੂਜੇ ਨੂੰ ਵਿਰਾਮ ਅਵਸਥਾ ਵਿੱਚ। ਹੁਣ ਧਰਤੀ ਦੀ ਐਗਜ਼ਾਮਪਲ ਲੈ ਲਓ, ਧਰਤੀ ਦੀ ਉਦਾਹਰਨ ਲੈ ਲਓ। ਹੁਣ ਆਹ ਧਰਤੀ ਦੇ ਉੱਤੇ ਇੱਕ ਬੰਦਾ ਖੜ੍ਹਾ, ਇਹ ਮੰਨ ਲਓ ਚੰਦਰਮਾ ਹੈ, ਠੀਕ ਹੈ। ਇੱਕ ਬੰਦਾ ਉਰੇ ਖੜ੍ਹਾ। ਹੁਣ ਜਿਹੜਾ ਧਰਤੀ ਦੇ ਉੱਤੇ ਬੰਦਾ ਖੜ੍ਹਾ, ਜੇ ਉਹ ਕਹੇ ਵੀ ਮੈਂ ਧਰਤੀ ਦੀ ਗਤੀ ਮੇਰੇ ਵਾਸਤੇ ਕਿੰਨੀ ਹੈ, 0, ਉਹਨੂੰ ਤਾਂ ਪਤਾ ਹੀ ਹੈ ਵੀ ਉਹਨੂੰ ਲੱਗ ਰਿਹਾ ਵੀ ਧਰਤੀ ਤਾਂ ਘੁੰਮ ਹੀ ਨਹੀਂ ਰਹੀ, ਉਹਦੇ ਵਾਸਤੇ ਧਰਤੀ ਦੀ ਗਤੀ 0 ਹੈ। ਪਰ ਜਿਹੜਾ ਬੰਦਾ ਇੱਥੇ ਚੰਦਰਮੇ ਦੇ ਉੱਤੇ ਖੜ੍ਹਾ ਹੋਇਆ, ਉਹਨੇ ਦੇਖਿਆ ਵੀ ਉਹਨੂੰ ਤਾਂ ਦਿਖ ਰਿਹਾ ਵੀ ਇਹ ਬੰਦਾ ਹੈ ਜਿਹੜਾ ਪਹਿਲਾਂ ਕੁਛ ਦੇਰ ਪਹਿਲਾਂ ਇੱਥੇ ਤਾਂ, ਹੁਣ ਉਹ ਕਿੱਥੇ ਪਹੁੰਚ ਗਿਆ, ਇਸ ਜਗ੍ਹਾ ਦੇ ਉੱਤੇ ਪਹੁੰਚ ਗਿਆ। ਇਹਦਾ ਮਤਲਬ ਕਿਆ, ਧਰਤੀ ਤਾਂ ਘੁੰਮ ਰਹੀ, ਉਹਨੂੰ ਦਿਖ ਵੀ ਰਿਹਾ ਕਿ ਧਰਤੀ ਘੁੰਮ ਰਹੀ। ਠੀਕ ਹੈ ਨਾ। ਹੁਣ ਦੋਨੇ ਬੰਦੇ, ਇਹਦਾ ਕਹਿਣਾ ਵੀ ਸਹੀ ਹੈ, ਇਸ ਬੰਦੇ ਦਾ ਕਹਿਣਾ ਵੀ ਸਹੀ ਹੈ, ਦੋਨਾਂ ਦਾ ਕਹਿਣਾ ਸਹੀ ਹੈ। ਹੁਣ ਅਸੀਂ ਕਿੱਦਾਂ ਕਹੀਏ ਵੀ ਦੋਨਾਂ 'ਚ ਸਹੀ ਕਿਹੜਾ ਹੈ? ਹੁਣ ਇਹ ਕਿਹਦੇ ਉੱਪਰ ਨਿਰਭਰ ਹੈ? ਇਹ ਨਿਰਭਰ ਹੈ ਕਿਹੜਾ ਬੰਦਾ ਦੇਖ ਰਿਹਾ। ਜੇਕਰ ਚੰਦਰਮੇ ਦੇ ਉੱਤੋਂ ਅਸੀਂ ਦੇਖੀਏ ਤਾਂ ਧਰਤੀ ਘੁੰਮ ਰਹੀ ਹੈ, ਜੇਕਰ ਅਸੀਂ ਧਰਤੀ ਦੇ ਉੱਤੇ ਖੜ੍ਹ ਕੇ ਦੇਖੀਏ ਤਾਂ ਧਰਤੀ ਨਹੀਂ ਘੁੰਮ ਰਹੀ। ਠੀਕ ਹੈ, ਸਮਝ ਗਏ ਤੁਸੀਂ? ਮਤਲਬ ਇਹ ਨਜ਼ਰੀਏ ਦੇ ਉੱਪਰ ਵੀ ਬਹੁਤ ਜ਼ਿਆਦਾ ਨਿਰਭਰ ਕਰਦਾ। ਠੀਕ ਹੈ, ਇੱਕੋ ਚੀਜ਼ ਇੱਕ ਬੰਦੇ ਵਾਸਤੇ ਹੈ, ਇਸ ਵਾਸਤੇ ਕਿਹਾ ਤੀ ਰੈਸਟ ਦੇ ਉੱਤੇ ਤੀ, ਵਿਰਾਮ ਅਵਸਥਾ 'ਚ ਤੀ, ਅਤੇ ਇਸ ਬੰਦੇ ਵਾਸਤੇ ਕਿਹਾ ਇਹ ਕਹਿੰਦਾ ਮੋਸ਼ਨ ਦੇ ਵਿੱਚ ਹੈ, ਮੂਵ ਕਰ ਰਹੀ ਹੈ, ਗਤੀ ਦੇ ਵਿੱਚ ਹੈ। ਠੀਕ ਹੈ, ਅੱਗੇ ਚੱਲਦੀ ਬੱਸ ਵਿੱਚ ਯਾਤਰੀਆਂ ਨੂੰ ਸੜਕ ਦੇ ਕਿਨਾਰੇ ਲੱਗੇ ਹੋਏ ਪੇੜ ਪੌਦੇ ਪਿੱਛੇ ਵੱਲ ਜਾਂਦੇ ਲੱਗਦੇ ਹਨ, ਜਦੋਂ ਕਿ ਸੜਕ ਦੇ ਕਿਨਾਰੇ ਖੜ੍ਹਾ ਹੋਇਆ ਇੱਕ ਵਿਅਕਤੀ ਬੱਸ ਦੇ ਨਾਲ ਯਾਤਰੂਆਂ ਨੂੰ ਵੀ ਗਤੀ ਵਿੱਚ ਦੇਖਦਾ ਹੈ। ਹੁਣ ਜਿਹੜਾ ਬੰਦਾ ਬੱਸ ਦੇ ਵਿੱਚ ਬੈਠਾ, ਉਹਨੂੰ ਕਿਆ ਲੱਗਦਾ ਵੀ ਪੌਦੇ ਪਿੱਛੇ ਨੂੰ ਨੱਠ ਰਹੇ। ਸਾਨੂੰ ਪਤਾ ਪੌਦੇ ਤਾਂ ਨੱਠਦੇ ਨਹੀਂ ਪਿੱਛੇ ਨੂੰ, ਪਰ ਬੱਸ 'ਚ ਬੈਠੇ ਨੂੰ ਤਾਂ ਲੱਗਦਾ ਹੈ ਨਾ ਵੀ ਪੌਦੇ ਪਿੱਛੇ ਨੂੰ ਜਾ ਰਹੇ, ਸਾਨੂੰ ਪੌਦੇ ਗਤੀ 'ਚ ਲੱਗਦੇ। ਠੀਕ ਹੈ, ਹੁਣ ਜਿਹੜਾ ਬਾਹਰ ਬੰਦਾ ਹੈ, ਉਹਨੂੰ ਪਤਾ ਜੇ ਬੱਸ ਜਾ ਰਹੀ, ਬੱਸ ਗਤੀ ਦੇ ਵਿੱਚ ਹੈ, ਤਾਂ ਉਹਨੂੰ ਇੱਦਾਂ ਲੱਗਦਾ ਜਿਹੜੇ ਬੰਦੇ ਅੰਦਰ ਬੈਠੇ ਉਹ ਵੀ ਗਤੀ ਦੇ ਵਿੱਚ ਹੈ। ਠੀਕ ਹੈ, ਦੋਨਾਂ ਦਾ ਕਹਿਣਾ ਤਾਂ ਸਹੀ ਹੈ, ਬੱਸ ਦੇ ਅੰਦਰ ਵਾਲੇ ਦਾ ਵੀ ਕਹਿਣਾ ਸਹੀ ਹੈ, ਬੱਸ ਦੇ ਬਾਹਰ ਵਾਲੇ ਦਾ ਵੀ। ਠੀਕ ਹੈ ਨਾ, ਸਾਨੂੰ ਪ੍ਰਤੀਤ ਤਾਂ ਇੱਦਾਂ ਹੀ ਹੁੰਦਾ ਵੀ ਦੋਨੇ ਗਤੀ ਦੇ ਵਿੱਚ, ਉਹਨੂੰ ਉਹ ਲੱਗ ਰਹੇ ਬੂਟੇ ਗਤੀ ਦੇ ਲੱਗ ਰਹੇ, ਜਿਹੜਾ ਬਾਹਰ ਬੰਦਾ ਖੜਾ ਉਹਨੂੰ ਲੱਗ ਰਿਹਾ ਵੀ ਜਿਹੜਾ ਬੱਸ 'ਚ ਬੰਦਾ ਜਾ ਰਿਹਾ ਉਹ ਗਤੀ ਦੇ ਵਿੱਚ ਹੈ। ਪਰੰਤੂ ਬੱਸ ਦੇ ਅੰਦਰ ਬੈਠਾ ਹੋਇਆ ਯਾਤਰੀ ਹੋਰ ਯਾਤਰੂਆਂ ਨੂੰ ਵਿਰਾਮ ਅਵਸਥਾ ਵਿੱਚ ਵੇਖਦਾ ਹੈ। ਹੁਣ ਜਿਹੜਾ ਬੱਸ ਦੇ ਅੰਦਰ ਯਾਤਰੀ ਬੈਠਾ, ਉਹਨੂੰ ਕਿਆ ਲੱਗਦਾ ਜਿਹੜੀ ਬਾਕੀ ਸਵਾਰੀਆਂ ਹੈ, ਬੱਸ ਦੇ ਅੰਦਰ ਬੈਠਾ ਹੈ ਕੋਈ, ਠੀਕ ਹੈ, ਉਹਨੂੰ ਬਾਕੀ ਸਵਾਰੀਆਂ ਕਿਆ ਲੱਗਦੀਆਂ ਵੀ ਜਿਹੜੀਆਂ ਬਾਕੀ ਸਵਾਰੀਆਂ ਉਹਦੇ ਆਲੇ ਦੁਆਲੇ ਬੈਠੀਆਂ, ਉਹ ਵੀ ਵਿਰਾਮ ਅਵਸਥਾ 'ਚ, ਉਹ ਵੀ ਰੈਸਟ ਦੇ ਵਿੱਚ ਹੈ। ਠੀਕ ਹੈ ਨਾ, ਜਿਹੜਾ ਬਾਹਰ ਬੰਦਾ ਖੜਾ, ਉਹਨੂੰ ਲੱਗ ਰਿਹਾ ਉਹ ਸਾਰੇ ਮੂਵ ਕਰ ਰਹੇ, ਉਹ ਸਾਰੇ ਮੋਸ਼ਨ ਦੇ ਵਿੱਚ ਹੈ, ਉਹ ਸਾਰੇ ਗਤੀ ਦੇ ਵਿੱਚ ਹੈ। ਜਿਹੜਾ ਬੱਸ ਦੇ ਅੰਦਰ ਬੈਠਾ, ਉਹ ਦੂਸਰੇ ਬੰਦੇ ਨੂੰ ਦੇਖਦਾ, ਕਹਿੰਦਾ ਅਸੀਂ ਤਾਂ ਸਾਰੇ ਰੈਸਟ ਦੇ ਵਿੱਚ ਬੈਠੇ, ਵਿਰਾਮ ਅਵਸਥਾ ਦੇ ਵਿੱਚ ਬੈਠੇ। ਠੀਕ ਹੈ, ਇਹ ਸਾਰੇ ਅਵਲੋਕਨ ਕੀ ਦਰਸਾਉਂਦੇ ਹਨ? ਹੁਣ ਇੱਥੇ ਤੋਂ ਅਸੀਂ ਇਹਦਾ ਉੱਤਰ ਲੱਭਾਂਗੇ ਅੱਗੇ ਕਿ ਇਹਦਾ ਕੀ ਮਤਲਬ ਹੋ ਗਿਆ ਵੀ ਇਹ ਤਾਂ ਇੱਕੋ ਚੀਜ਼ ਅਸੀਂ ਕਹਿ ਸਕਦੇ, ਉਹੀ ਚੀਜ਼ ਨੂੰ ਅਸੀਂ ਕਹਿਤਾ ਰੈਸਟ ਦੇ ਵਿੱਚ ਹੈ, ਵਿਰਾਮ ਅਵਸਥਾ 'ਚ, ਉਹੀ ਚੀਜ਼ ਨੂੰ ਕਹਿਤਾ ਅਸੀਂ ਗਤੀ ਦੇ ਵਿੱਚ ਹੈ, ਮੋਸ਼ਨ ਦੇ ਵਿੱਚ ਹੈ ਨਾ। ਬਹੁਤ ਸਾਰੀਆਂ ਗਤੀਆਂ ਜਟਿਲ ਹੁੰਦੀਆਂ ਹਨ। ਕੁਝ ਵਸਤੂਆਂ ਸਿੱਧੀ ਰੇਖਾ ਵਿੱਚ ਅਤੇ ਕੁਝ ਚੱਕਰਾਕਾਰ ਪਥ ਵਿੱਚ ਚੱਲ ਸਕਦੀਆਂ ਹਨ। ਠੀਕ ਹੈ, ਕਈਆਂ ਦੀ ਗਤੀ ਬਹੁਤ ਸੌਖੀ ਜਿਹੀ ਹੁੰਦੀ, ਸਿੰਪਲ ਜਿਹੀ ਹੁੰਦੀ। ਠੀਕ ਹੈ, ਕਿਆ ਹੁੰਦੀ, ਕਈ ਸਿੱਧੀ ਰੇਖਾ ਦੇ ਵਿੱਚ ਜਾਂਦੇ, ਸਿੱਧੀ ਲਾਈਨ ਦੇ ਵਿੱਚ, ਜਿੱਦਾਂ ਸਿੱਧੀ ਸੜਕ ਕਹਿ ਲਓ, ਸਿੱਧੀ ਜਾਂਦੀ ਹੈ। ਠੀਕ ਹੈ, ਕਈ ਜਿਹੜੀਆਂ ਵਸਤੂਆਂ ਇਹ ਸਿੱਧੀ ਸੜਕ ਦੇ ਵਿੱਚ, ਮੰਨ ਲਓ ਇਸ ਤਰ੍ਹਾਂ ਕੋਈ ਗੱਡੀ ਜਾ ਰਹੀ, ਠੀਕ ਹੈ, ਇਸ ਤਰ੍ਹਾਂ ਜਾਂਦੀ ਹੈ, ਅਤੇ ਕੁਛ ਗੋਲ ਚੱਕਰ ਦੇ ਵਿੱਚ, ਮੰਨ ਲਓ ਅਸੀਂ ਇਸ ਤਰ੍ਹਾਂ ਕੋਈ ਚੀਜ਼ ਜਾ ਰਹੀ ਹੈ ਨਾ, ਕੋਈ ਚੀਜ਼ਾਂ ਗੋਲ ਚੱਕਰ ਦੇ ਵਿੱਚ ਇਸ ਤਰ੍ਹਾਂ ਘੁੰਮਦੀਆਂ। ਠੀਕ ਹੈ, ਇੱਕ ਸਿੱਧੀ ਰੇਖਾ 'ਚ ਘੁੰਮਦੀ ਇੱਦਾਂ, ਅਤੇ ਇੱਕ ਗੋਲ ਚੱਕਰ ਦੇ ਵਿੱਚ ਘੁੰਮਦੀ ਕਿਸੇ ਦੇ ਆਲੇ ਦੁਆਲੇ, ਹੈ ਨਾ। ਹੁਣ ਇਹ ਦੋਨੇ ਕਿਆ, ਇਹ ਗਤੀਆਂ ਹੀ ਹੈ। ਠੀਕ ਹੈ, ਕੁਝ ਚੱਕਰ ਕੱਟ ਸਕਦੀਆਂ ਹਨ ਅਤੇ ਕੁਝ ਕੰਪਨ ਕਰ ਸਕਦੀਆਂ ਹਨ। ਚੱਕਰ ਵਾਲੀ ਤਾਂ ਤੁਹਾਨੂੰ ਦੱਸਤੀ, ਚੱਕਰ ਕਿੱਦਾਂ ਕੱਟਿਆ, ਮੰਨ ਲਓ ਆਹ ਗੋਲ, ਜਿੱਦਾਂ ਅਸੀਂ ਕਹਿ ਦਿੰਦੇ ਆ ਦੌੜ ਲਗਾਉਂਦੇ ਆ ਨਾ ਗਰਾਊਂਡ ਦੇ ਵਿੱਚ, ਟਰੈਕ ਬਣਿਆ ਹੁੰਦਾ ਜਿਹਦੇ ਉੱਤੇ ਨੱਠਦੇ ਆ, ਹੈ ਨਾ, ਇਸ ਤਰ੍ਹਾਂ ਕੁਛ ਟਰੈਕ ਬਣਿਆ ਹੁੰਦਾ ਇਸ ਤਰ੍ਹਾਂ, ਅਤੇ ਉਸ 'ਤੇ ਬੰਦਾ ਖੜਾ ਨੱਠਦਾ ਏ, ਫਿਰ ਦੌੜ ਲੱਗਦੀ ਹੈ। ਠੀਕ ਹੈ, ਉਹ ਕਿਆ ਹੈ, ਗੋਲ ਚੱਕਰ ਘੁੰਮਦੇ ਨਾ ਇਸ ਤਰ੍ਹਾਂ ਸਾਰੇ ਜਿਹੜੇ ਬੰਦੇ ਆ ਇਸ ਤਰ੍ਹਾਂ ਘੁੰਮਦੇ ਆ। ਠੀਕ ਹੈ, ਉਹ ਕਿਆ ਹੈ, ਗੋਲਾਕਾਰ ਅਵਸਥਾ ਦੇ ਵਿੱਚ ਘੁੰਮਦੇ ਆ। ਠੀਕ ਹੈ, ਇੱਕ ਹੁੰਦਾ ਸਾਡਾ ਪੈਂਡੂਲਮ। ਪੈਂਡੂਲਮ ਕਿਆ ਹੁੰਦਾ, ਇਸ ਤਰ੍ਹਾਂ
ਛੱਤ ਮੰਨ ਲਓ ਇਹਨੂੰ, ਠੀਕ ਹੈ, ਕਿਸੇ ਉੱਪਰ ਛੱਤ ਦੇ ਨਾਲ ਆਪਾਂ ਰੱਸੀ ਬੰਨ੍ਹੀ ਹੋਈ, ਜਾਂ ਅਸੀਂ ਕਹਿ ਸਕਦੇ ਧਾਗਾ ਬੰਨ੍ਹਿਆ ਹੋਇਆ, ਉਹਦੇ ਨਾਲ ਕੀ ਹੈ ਇੱਕ ਛੋਟਾ ਜਿਹਾ ਭਾਰ ਰੱਖਿਆ ਹੋਇਆ, ਠੀਕ ਹੈ, ਲੋਹੇ ਦਾ ਛੋਟੀ ਜਿਹੀ ਬੋਲ ਮੰਨ ਲਓ ਟੰਗੀ ਹੋਈ, ਠੀਕ ਹੈ। ਜਦ ਮੈਂ ਇਹਨੂੰ ਇੱਧਰ ਨੂੰ ਕਰਦਾ, ਫਿਰ ਮੈਂ ਇੱਥੇ ਤੋਂ ਛੱਡ ਦਿੰਦਾ, ਇਸ ਜਗ੍ਹਾ ਤੋਂ ਛੱਡਤਾ, ਫਿਰ ਉਹ ਕੀ ਕਰਦਾ, ਪਹਿਲਾਂ ਇੱਥੇ ਜਾਂਦਾ, ਇਸ ਤੋਂ ਬਾਅਦ ਉਰੇ ਪਹੁੰਚ ਗਿਆ, ਹੈ ਨਾ, ਇੱਦਾਂ ਉਰੇ ਪਹੁੰਚ ਗਿਆ ਉਹੀ ਗੋਲਾ, ਫਿਰ ਉਹ ਵਾਪਸ ਆ ਗਿਆ ਇੱਥੇ ਨੂੰ, ਵਾਪਸ ਆ ਗਿਆ, ਫਿਰ ਉਹ ਉਰੇ ਪਹੁੰਚ ਗਿਆ, ਉਹ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਨਾ। ਇਸ ਮੋਸ਼ਨ ਨੂੰ ਅਸੀਂ ਕਿਆ ਕਹਿੰਦੇ, ਪੈਂਡੂਲਮ। ਅਸੀਂ ਕਿਹੜਾ ਮੋਸ਼ਨ ਹੈ, ਇੱਕ ਤਰ੍ਹਾਂ ਕੰਪਨ ਦਾ ਵੀ ਮੋਸ਼ਨ ਹੋ ਗਿਆ ਹੈ, ਠੀਕ ਹੈ ਨਾ। ਕੰਪਨ ਵੈਸੇ ਕਿਆ ਹੁੰਦਾ, ਜਦ ਕੋਈ ਚੀਜ਼, ਜਿੱਦਾਂ ਸਾਡਾ ਫੋਨ ਹੈ ਉਹ ਵਾਈਬਰੇਟ ਕਰਦਾ ਨਾ, ਕਦੇ ਇੱਧਰ ਨੂੰ ਹਿੱਲਦਾ, ਕਦੇ ਇੱਧਰ ਨੂੰ ਹਿੱਲਦਾ, ਇੰਨੀ ਕੁ ਜਗ੍ਹਾ 'ਚ ਹਿੱਲਦਾ ਰਹਿੰਦਾ ਉਹ, ਤਾਂ ਉਹਨੂੰ ਅਸੀਂ ਕਿਆ ਕਹਿੰਦੇ, ਉਹ ਕਿਹੜੇ ਆ ਮੋਸ਼ਨ 'ਚ ਹੈ, ਕੰਪਨ ਦੇ ਮੋਸ਼ਨ ਦੇ ਵਿੱਚ ਹੈ, ਠੀਕ ਹੈ। ਕੁਝ ਇਹੋ ਜਿਹੀਆਂ ਸਥਿਤੀਆਂ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਇਹ ਕਿਰਿਆਵਾਂ ਨਾਲ ਨਾਲ ਹੋਣ। ਹੁਣ ਕੋਈ ਹੋ ਸਕਦਾ ਸਾਰੀਆਂ ਚੀਜ਼ਾਂ ਨਾਲੇ ਹੋਣ, ਕੋਈ ਸਿੱਧਾ ਸੜਕ ਦੇ ਵਿੱਚ ਜਾ ਰਿਹਾ, ਫਿਰ ਕੋਈ ਗੋਲ ਸੜਕ ਬਣ ਗਈ ਉਹ, ਠੀਕ ਹੈ, ਫਿਰ ਗੱਡੀ ਸਾਡੀ ਥੋੜ੍ਹੀ ਜਿਹੀ ਹਿੱਲਣ ਲੱਗ ਪਈ, ਕੰਪਨ ਵੀ ਹੋ ਗਿਆ ਉਹਦੇ ਵਿੱਚ, ਠੀਕ ਹੈ, ਸਮਝ ਗਏ। ਮਤਲਬ ਸਾਰੀਆਂ ਇਕੱਠੀਆਂ ਵੀ ਹੋ ਸਕਦਾ, ਜ਼ਰੂਰੀ ਨਹੀਂ ਇੱਕੋ ਹੋਵੇ। ਇਸ ਅਧਿਆਏ ਵਿੱਚ ਅਸੀਂ ਸਭ ਤੋਂ ਪਹਿਲਾਂ ਵਸਤੂਆਂ ਦੀ ਗਤੀ ਨੂੰ ਇੱਕ ਸਿੱਧੀ ਰੇਖਾ ਵਿੱਚ ਵਰਣਨ ਕਰਨਾ ਸਿੱਖਾਂਗੇ। ਹੁਣ ਅਸੀਂ ਕਿਹੜਾ ਪੜ੍ਹਨਾ ਸੀ, ਸਿੱਧਾ, ਇੱਕ ਸਿੱਧੀ ਰੇਖਾ ਦੇ ਵਿੱਚ ਜਿਹੜੀ ਚੀਜ਼ ਜਾ ਰਹੀ ਹੈ, ਠੀਕ ਹੈ, ਸਿੱਧੀ ਰੇਖਾ ਦੇ ਵਿੱਚ ਜਿਹੜੀ ਚੀਜ਼ ਜਾ ਰਹੀ ਹੈ, ਤਾਂ ਉਹਦੇ ਬਾਰੇ ਅਸੀਂ ਪਹਿਲਾਂ ਉਹਦੇ ਬਾਰੇ ਪੜ੍ਹਾਂਗੇ, ਠੀਕ ਹੈ। ਬਾਅਦ ਵਿੱਚ ਅਸੀਂ ਚੱਕਰਾਕਾਰ ਗਤੀ ਦੇ ਵਰਣਨ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰਾਂਗੇ। ਫਿਰ ਅਸੀਂ ਕੀ ਕਰਨਾ, ਜਿਹੜੀ ਚੀਜ਼ ਗੋਲ ਚੱਕਰ 'ਚ ਘੁੰਮ ਰਹੀ ਹੈ, ਮੰਨ ਲਓ ਆਹ ਚੀਜ਼ ਗੋਲ ਚੱਕਰ 'ਚ ਘੁੰਮ ਰਹੀ ਹੈ, ਫਿਰ ਇਹਦੇ ਬਾਰੇ ਅਸੀਂ ਪੜ੍ਹਾਂਗੇ, ਠੀਕ ਹੈ ਬੱਚਿਓ। ਹੁਣ ਅੱਗੇ ਹੈ ਬੱਚਿਓ ਕਿਰਿਆ 8.1। ਅਤੇ ਤੁਹਾਡੀ ਜਮਾਤ ਦੀਆਂ ਦੀਵਾਰਾਂ ਵਿਰਾਮ ਅਵਸਥਾ ਵਿੱਚ ਹਨ ਜਾਂ ਗਤੀ ਵਿੱਚ, ਚਰਚਾ ਕਰੋ। ਅਤੇ ਆਪਾਂ ਆਪਣੀਆਂ ਘਰ ਦੀਆਂ ਕੰਧਾਂ ਦੇਖ ਲਓ ਕਿ ਕਿਆ ਉਹ ਰੈਸਟ ਦੇ ਵਿੱਚ ਹੈ, ਵਿਰਾਮ ਅਵਸਥਾ 'ਚ ਹੈ, ਜਾਂ ਮੋਸ਼ਨ ਦੇ ਵਿੱਚ ਹੈ, ਗਤੀ ਦੇ ਵਿੱਚ ਹੈ। ਕੰਧ ਅੱਜ ਵੀ ਉੱਥੀ ਹੈ, ਕੱਲ੍ਹ ਨੂੰ ਵੀ ਉੱਥੀ ਰਹਿਣੀ, ਪਰਸੋਂ ਨੂੰ ਵੀ ਉੱਥੀ ਰਹਿਣੀ, ਫਿਰ ਅਸੀਂ ਕਿਆ ਕਹਿ ਸਕਦੇ, ਅਸੀਂ ਉਹਨੂੰ ਕਹਿ ਸਕਦੇ ਕਿ ਕੰਧਾਂ ਕਿਆ ਹੈ, ਸਾਡੀਆਂ ਵਿਰਾਮ ਅਵਸਥਾ ਦੇ ਵਿੱਚ ਹੈ, ਠੀਕ ਹੈ, ਰੈਸਟ ਦੇ ਵਿੱਚ ਹੈ। ਕਿਰਿਆ 8.2। ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਜਿਸ ਰੇਲ ਗੱਡੀ ਵਿੱਚ ਤੁਸੀਂ ਬੈਠੇ ਹੋ ਗਤੀ ਕਰਦੀ ਹੋਈ ਪ੍ਰਤੀਤ ਹੁੰਦੀ ਹੈ, ਜਦੋਂ ਕਿ ਇਹ ਅਸਲ ਵਿੱਚ ਵਿਰਾਮ ਅਵਸਥਾ ਵਿੱਚ ਹੁੰਦੀ ਹੈ? ਇਸ ਬਿੰਦੂ ਤੇ ਚਰਚਾ ਕਰੋ ਅਤੇ ਆਪਣੇ ਅਨੁਭਵ ਦੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰੋ। ਕਹਿੰਦਾ ਅਸੀਂ ਕਈ ਵਾਰ ਬੱਸ 'ਚ ਬੈਠੇ, ਮੰਨ ਲਓ ਰੇਲ ਗੱਡੀ 'ਚ ਬੈਠੇ, ਮੰਨ ਲਓ ਸਾਨੂੰ ਬੈਠਿਆਂ ਨੂੰ ਇੱਦਾਂ ਲੱਗਦਾ ਕਿ ਜਿਹੜੀ ਸਾਡੀ ਰੇਲ ਗੱਡੀ ਹੈ ਚੱਲ ਰਹੀ, ਜਦ ਕਿ ਉਹ ਖੜੀ ਹੁੰਦੀ ਹੈ ਨਾ। ਕਈ ਵਾਰ ਸਾਨੂੰ ਇੱਦਾਂ ਦਾ ਪ੍ਰਤੀਤ ਹੁੰਦਾ ਰਹਿੰਦਾ, ਠੀਕ ਹੈ, ਸਾਡੀਆਂ ਅੱਖਾਂ ਨੂੰ ਭੁਲੇਖਾ ਜਿਹਾ ਲੱਗ ਜਾਂਦਾ ਕਿ ਉਹ ਟ੍ਰੇਨ ਚੱਲ ਰਹੀ ਹੈ, ਪਰ ਅਸਲ ਦੇ ਵਿੱਚ ਉਹ ਖੜੀ ਹੁੰਦੀ, ਠੀਕ ਹੈ। ਚਲੋ ਅੱਗੇ ਆ ਜਾਓ, ਸੋਚੋ ਅਤੇ ਕਰੋ। ਅਸੀਂ ਕਦੇ ਕਦੇ ਆਪਣੇ ਨੇੜੇ ਤੇੜੇ ਦੀਆਂ ਵਸਤੂਆਂ ਦੀ ਗਤੀ ਕਾਰਨ ਖਤਰੇ ਵਿੱਚ ਫਸ ਜਾਂਦੇ ਹਾਂ, ਖਾਸ ਕਰਕੇ ਜੇ ਉਹ ਗਤੀ ਅਨਿਯਮਿਤ ਅਤੇ ਅਨਿਯੰਤਰਿਤ ਹੋਵੇ, ਜਿਵੇਂ ਹੜ੍ਹਵਾਨੀ, ਨਦੀ, ਤੂਫਾਨ ਜਾਂ ਸੁਨਾਮੀ ਵਿੱਚ ਦੇਖਿਆ ਗਿਆ ਹੈ। ਦੂਜੇ ਪਾਸੇ ਨਿਯੰਤਰਿਤ ਗਤੀ ਮਨੁੱਖ ਦੀ ਸੇਵਾ ਵਿੱਚ ਸਹਾਇਕ ਹੋ ਸਕਦੀ ਹੈ, ਜਿਵੇਂ ਪਾਣੀ ਦੇ ਦੁਆਰਾ ਬਿਜਲੀ ਸ਼ਕਤੀ ਦਾ ਉਤਪਾਦਨ। ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਕੁਝ ਵਸਤੂਆਂ ਦੀ ਅਨਿਯਮਿਤ ਗਤੀ ਦਾ ਅਧਿਐਨ ਕਰਨਾ ਅਤੇ ਉਹਨਾਂ ਨੂੰ ਨਿਯੰਤਰਿਤ ਕਰਨ ਦੇ ਵਿਸ਼ੇ ਵਿੱਚ ਸਿੱਖਣ ਦੀ ਜ਼ਰੂਰਤ ਹੈ? ਕਹਿੰਦਾ ਕਈ ਵਾਰ ਕਿਆ ਹੁੰਦਾ, ਕੋਈ ਚੀਜ਼ਾਂ ਗਤੀਆਂ ਨਾ, ਕਈ ਚੀਜ਼ਾਂ ਦੀ ਗਤੀ ਸਾਡੇ ਹੱਥ 'ਚ ਨਹੀਂ ਹੁੰਦੀ, ਸਾਡੇ ਹੱਕ 'ਚ ਨਹੀਂ ਹੁੰਦੀ। ਹੱਕ 'ਚ ਨਹੀਂ ਹੁੰਦੀ ਦਾ ਮਤਲਬ ਅਸੀਂ ਕੰਟਰੋਲ ਨਹੀਂ ਕਰ ਸਕਦੇ ਸੌਖਾ ਇਹਨੂੰ, ਠੀਕ ਹੈ। ਹੁਣ ਜਿੱਦਾਂ ਅਸੀਂ ਕਹਿ ਸਕਦੇ, ਜਿੱਦਾਂ ਆਪਣੇ ਘਰ ਦੇ ਵੀ ਕਹਿੰਦੇ ਆ, ਜਦ ਅਸੀਂ ਮੰਨ ਲਓ ਅਸੀਂ ਸਾਈਕਲ 'ਤੇ ਜਾ ਰਹੇ, ਤਾਂ ਘਰ ਦੇ ਕੀ ਕਹਿੰਦੇ ਆ, ਬੇਟਾ ਸਾਈਕਲ ਹੌਲੀ ਚਲਾਈ, ਠੀਕ ਹੈ, ਤੇਜ਼ ਨਾ ਚਲਾਈ ਬਹੁਤੀ। ਉਹ ਕਹਿੰਦੇ ਕਈ ਵਾਰ ਉਹ ਗਤੀ ਹੈ ਜਿਹੜੀ ਅਨਿਯਮਿਤ ਹੋ ਜਾਂਦੀ। ਕੀ ਹੋ ਜਾਂਦੀ? ਅਨਿਯਮਿਤ, ਮਤਲਬ ਉਹ ਸਾਡੇ ਕੰਟਰੋਲ 'ਚ ਨਹੀਂ ਰਹਿੰਦੀ। ਆਪਾਂ ਜਦ ਸਾਈਕਲ ਨੂੰ ਜ਼ਿਆਦਾ ਤੇਜ਼ ਚਲਾ ਲਿਆ, ਕਈ ਵਾਰ ਸਾਡਾ ਕੰਟਰੋਲ ਖੋ ਜਾਂਦਾ,
ਠੀਕ ਹੈ, ਆਪਣੇ ਨਾਲ ਦੁਰਘਟਨਾ ਹੋ ਸਕਦੀ। ਇਸ ਕਰਕੇ ਘਰ ਦੇ ਕਹਿੰਦੇ ਹੁੰਦੇ ਸਾਨੂੰ, ਠੀਕ ਹੈ, ਸਾਨੂੰ ਕੋਈ ਵੀ ਵਾਹੀਕਲ ਹੈ, ਜ਼ਰੂਰੀ ਨਹੀਂ ਸਾਈਕਲ ਹੈ, ਕੋਈ ਵੀ ਵਾਹੀਕਲ ਹੈ, ਮੋਟਰਸਾਈਕਲ ਹੈ, ਕਾਰ ਹੈ, ਉਹਨੂੰ ਨਿਯਮਿਤ ਗਤੀ ਦੇ ਵਿੱਚ ਚਲਾਉਣਾ ਚਾਹੀਦਾ। ਠੀਕ ਹੈ, ਜਿਹੜੀ ਗਤੀ 'ਚ ਅਸੀਂ ਸੰਭਾਲ ਸਕਦੇ ਹਾਂ। ਠੀਕ ਹੈ, ਅਤੇ ਉਸੇ ਤਰ੍ਹਾਂ ਜਿੱਦਾਂ ਹਨੇਰੀ ਤੂਫਾਨ ਹੜ੍ਹ ਆ ਗਏ, ਉਹਨਾਂ ਦੀ ਵੀ ਗਤੀ ਹੁੰਦੀ ਹੈ। ਉਹ ਸਾਡੀ ਕਿਹੜੀ ਇਹ 'ਚ ਆ ਗਈ, ਅਨਿਯਮਿਤ, ਕਿਉਂਕਿ ਉਹ ਕੰਟਰੋਲ 'ਚ ਨਹੀਂ ਹੁੰਦੀ ਸਾਡੇ। ਠੀਕ ਹੈ, ਆਪਾਂ ਕੰਟਰੋਲ 'ਚ ਜੇ ਕਰਨਾ ਵੀ ਚਾਹੀਏ, ਕਿਆ ਹੁੰਦਾ, ਉਹ ਸਾਡੇ ਹੜਾ ਕੇ ਲੈ ਜੂਗੀ, ਸਾਨੂੰ ਉਡਾ ਕੇ ਲੈ ਜੂਗੀ ਹਵਾ ਤੂਫਾਨ 'ਚ। ਠੀਕ ਹੈ, ਅਤੇ ਕੁਝ ਚੀਜ਼ਾਂ ਅਸੀਂ ਨਿਯੰਤਰਿਤ ਵੀ ਕਰ ਸਕਦਾ ਮਨੁੱਖ। ਠੀਕ ਹੈ, ਹੁਣ ਜਿੱਦਾਂ ਅਸੀਂ ਬੰਨ੍ਹ ਲਗਾ ਦਿੱਤੇ, ਪਹਿਲਾਂ ਹੜ੍ਹ ਆਉਂਦੇ ਸੀਗੇ ਪਾਣੀ ਨਾਲ, ਹੁਣ ਅਸੀਂ ਬੰਨ੍ਹ ਲਗਾਤੇ, ਬੰਨ੍ਹ ਲਗਾ ਕੇ ਕਿਆ ਕੀਤਾ, ਆਪਾਂ ਬਿਜਲੀ ਬਣਾ ਰਹੇ ਹਾਂ। ਭਾਖੜਾ ਡੈਮ 'ਚ ਦੇਖ ਲਓ। ਠੀਕ ਹੈ ਨਾ, ਭਾਖੜਾ ਡੈਮ 'ਚ ਕੀ ਹੁੰਦਾ, ਆਪਾਂ ਪਾਣੀ ਨੂੰ ਉੱਪਰ ਤੋਂ ਸਿੱਟਦੇ ਉਚਾਈ ਤੋਂ, ਅਤੇ ਉਹ ਪੱਖੇ ਜਾਂ ਟਰਬਾਈਨ ਘੁੰਮਦੇ ਆ, ਫਿਰ ਬਿਜਲੀ ਪੈਦਾ ਕਰਦੇ ਆ। ਠੀਕ ਹੈ, ਆਪਾਂ ਉਹਨੂੰ ਜਿਹੜਾ ਅਨਿਯਮਿਤ ਹੋਣਾ ਚਾਹੀਦਾ ਸੀ, ਅਸੀਂ ਉਹਨੂੰ ਨਿਯਮਿਤ ਕਰ ਦਿੱਤਾ, ਉਹਦਾ ਫਾਇਦਾ ਚੁੱਕ ਲਿਆ, ਹੈ ਨਾ। ਉਸੇ ਤਰ੍ਹਾਂ ਕਈ ਹੋਰ ਚੀਜ਼ਾਂ ਵੀ ਹੈ ਜਿਨ੍ਹਾਂ ਨੂੰ ਅਸੀਂ ਨਿਯਮਿਤ ਕਰ ਸਕਦੇ, ਹੈ ਨਾ, ਅਨਿਯਮਿਤ ਤੋਂ ਨਿਯਮਿਤ ਦੇ ਵਿੱਚ ਕਰ ਸਕਦੇ। ਠੀਕ ਹੈ, ਨਿਯੰਤਰਣ ਦੇ ਵਿੱਚ ਅਸੀਂ ਲੈ ਕੇ ਆ ਸਕਦੇ। ਸਮਝ ਗਏ ਬੱਚਿਓ, ਅਤੇ ਆਉਣਾ ਜ਼ਰੂਰੀ ਵੀ ਹੈ, ਸਾਡੇ ਫਾਇਦੇ ਲਈ ਹੀ ਹੈ ਨਾ। ਠੀਕ ਹੈ, ਚਲੋ ਅੱਗੇ 8.1 ਗਤੀ ਦਾ ਵਰਣਨ, ਡਿਸਕ੍ਰਾਈਬਿੰਗ ਮੋਸ਼ਨ। ਠੀਕ ਹੈ, ਹੁਣ ਅਸੀਂ ਗਤੀ ਦੇ ਬਾਰੇ ਪੜ੍ਹਾਂਗੇ ਅੱਗੇ। ਹੁਣ ਕੀ ਆ ਅਸਲ ਦੇ ਵਿੱਚ, ਠੀਕ ਹੈ, ਡੈਫੀਨੇਸ਼ਨ ਕਹਿੰਦੇ ਜਿਹਨੂੰ ਅਸੀਂ, ਵਰਣਨ। ਠੀਕ ਹੈ, ਅਸੀਂ ਕਿਸੇ ਵਸਤੂ ਦੀ ਸਥਿਤੀ ਨੂੰ ਇੱਕ ਨਿਰਦੇਸ਼ ਬਿੰਦੂ ਨਿਰਧਾਰਿਤ ਕਰਕੇ ਦਰਸਾ ਸਕਦੇ ਹਾਂ। ਕਿਆ ਕਹਿੰਦਾ ਕਿ ਅਸੀਂ ਕਿਸੇ ਵਸਤੂ ਦੀ ਸਥਿਤੀ ਨੂੰ ਇੱਕ ਬਿੰਦੂ ਦੇ ਨਿਰਧਾਰਿਤ ਕਰ ਸਕਦੇ ਹਾਂ। ਹੁਣ ਮੰਨ ਲਓ ਮੈਂ ਇੱਕ ਕਮਰਾ ਬਣਾਇਆ। ਠੀਕ ਹੈ, ਇਹ ਖੜਾ ਰਾਮ, ਇੱਥੇ ਇਹ ਰਾਮ ਖੜਾ। ਠੀਕ ਹੈ, ਹੁਣ ਕੀ ਹੋਇਆ, ਮੈਂ ਕੋਈ ਬਾਹਰ ਬੰਦਾ ਖੜਾ, ਆਪਾਂ ਗੱਲਾਂ ਕਰ ਰਹੇ 2 ਜਣੇ। ਮੈਂ ਉਸ ਤੋਂ ਪੁੱਛਿਆ ਵੀ ਰਾਮ ਜਿਹੜਾ ਹੈ ਉਹ ਕਮਰੇ 'ਚ ਕਿੱਥੇ ਕੁ ਖੜਾ, ਅਤੇ ਇਹ ਬੰਦੇ ਨੇ ਮੈਨੂੰ ਕੀ ਦੱਸਿਆ, ਇਹ ਬੰਦਾ ਮੈਨੂੰ ਕੀ ਦੱਸ ਰਿਹਾ, ਕਹਿੰਦਾ ਜਿਹੜਾ ਰਾਮ ਹੈ ਉਹ ਕਮਰੇ ਦੇ ਇੱਕ ਸਿਰੇ ਤੋਂ, ਮੰਨ ਲਓ ਇਹ ਸਿਰਾ ਕਿਹਾ ਉਹਨੇ, ਇਸ ਸਿਰੇ ਤੋਂ ਖੱਬੇ ਸਿਰੇ ਤੋਂ 6 ਮੀਟਰ ਸੱਜੇ ਪਾਸੇ ਖੜਾ, ਹੈ ਨਾ, 6 ਮੀਟਰ ਅਸੀਂ ਕਹਿ ਸਕਦੇ ਸੱਜੇ ਪਾਸੇ ਖੜਾ। ਠੀਕ ਹੈ, ਸਮਝ ਗਏ ਬੱਚੇ, 6 ਮੀਟਰ ਸੱਜੇ ਪਾਸੇ ਖੜਾ। ਠੀਕ ਹੈ ਨਾ, ਹੁਣ ਮੈਂ ਇਹਦੇ ਵਿੱਚ ਕੀ ਕੀਤਾ, ਇੱਕ ਨਿਰਦੇਸ਼ ਬਿੰਦੂ ਦਿਖਾਇਆ। ਮਤਲਬ ਕੀ ਹੈ, ਮੈਂ ਇਸ ਸਿਰੇ ਨੂੰ ਕੀ ਦੱਸਿਆ, ਨਿਰਦੇਸ਼ ਬਿੰਦੂ, ਇਹਨੂੰ ਧਿਆਨ 'ਚ ਰੱਖ ਕੇ ਮੈਂ ਉਹਦੀ ਜਗ੍ਹਾ ਦੱਸੀ। ਠੀਕ ਹੈ ਨਾ, ਜੇ ਮੈਂ ਸਿੱਧਾ ਕਹਿ ਦਿੰਦਾ ਇੱਕ ਕੰਧ ਤੋਂ 6 ਮੀਟਰ ਦੂਰ ਹੈ, ਉਹ ਮੈਨੂੰ ਪਤਾ ਨਹੀਂ ਲੱਗਣਾ ਤਾਂ ਕਿਹੜੀ ਕੰਧ ਹੈ, ਕਈ ਕੰਧਾਂ ਹੈ, 4 ਕੰਧਾਂ ਹੈ, ਮੈਨੂੰ ਕਿਆ ਪਤਾ ਲੱਗਣਾ ਕਿਹੜੀ ਕੰਧ ਤੋਂ 6 ਮੀਟਰ ਦੂਰ ਹੈ। ਹੁਣ ਉਹਨੇ ਕਹਿਤਾ ਖੱਬੇ ਪਾਸੇ ਇੱਕ ਕੰਧ ਹੈ, ਠੀਕ ਹੈ, ਉਸ ਤੋਂ 6 ਮੀਟਰ ਦੂਰ ਹੈ। ਠੀਕ ਹੈ, ਸਮਝ ਗਏ ਬੱਚਿਓ, ਇਸ ਤਰ੍ਹਾਂ ਸਾਨੂੰ ਨਿਰਦੇਸ਼ ਬਿੰਦੂ ਦੱਸਣਾ ਵੀ ਜ਼ਰੂਰੀ ਹੁੰਦਾ ਹੈ। ਠੀਕ ਹੈ, ਆਓ ਇਸ ਨੂੰ ਇੱਕ ਉਦਾਹਰਣ ਰਾਹੀਂ ਸਮਝਦੇ ਹਾਂ। ਮੰਨ ਲਓ ਕਿ ਕਿਸੇ ਪਿੰਡ ਦਾ ਸਕੂਲ ਰੇਲਵੇ ਸਟੇਸ਼ਨ ਤੋਂ 2 ਕਿਲੋਮੀਟਰ ਉੱਤਰ ਦਿਸ਼ਾ ਵਿੱਚ ਹੈ। ਹੁਣ ਮੰਨ ਲੈਂਦੇ ਆ ਆਹ ਸਾਡਾ ਰੇਲਵੇ ਸਟੇਸ਼ਨ ਹੈ। ਠੀਕ ਹੈ, ਇਹਦੇ 2 ਕਿਲੋਮੀਟਰ ਉੱਤਰ ਇੱਧਰ 'ਚ ਜਾ ਕੇ 2 ਕਿਲੋਮੀਟਰ ਜਾ ਕੇ, ਠੀਕ ਹੈ, ਅਸੀਂ 2 ਕਿਲੋਮੀਟਰ ਇਸ ਸਾਈਡ ਚਲ ਗਏ, ਇੱਥੇ ਕਿਆ ਹੈ, ਸਾਡਾ ਸਕੂਲ ਆ ਗਿਆ। ਠੀਕ ਹੈ, ਇਹ ਮੰਨ ਲਓ ਸਾਡਾ ਸਕੂਲ ਆ ਗਿਆ। ਠੀਕ ਹੈ, ਅਸੀਂ ਸਕੂਲ ਦੀ ਸਥਿਤੀ ਨੂੰ ਰੇਲਵੇ ਸਟੇਸ਼ਨ ਤੋਂ ਸਾਪੇਖ ਨਿਸ਼ਚਿਤ ਕੀਤਾ ਹੈ। ਠੀਕ ਹੈ, ਆਪਾਂ ਕਿੱਥੇ ਤੋਂ ਕਿਹਾ, ਰੇਲਵੇ ਸਟੇਸ਼ਨ ਤੋਂ 2 ਕਿਲੋਮੀਟਰ ਦੂਰ ਹੈ। ਮਤਲਬ ਰੇਲਵੇ ਸਟੇਸ਼ਨ ਦੀ ਸਾਨੂੰ ਜ਼ਰੂਰਤ ਪਈ ਇਹਦੀ ਜਗ੍ਹਾ ਦੱਸਣ ਨੂੰ। ਜਿਹੜੀ ਚੀਜ਼ ਸਾਨੂੰ ਪਹਿਲਾਂ ਪਤਾ ਹੋਵੇ, ਹੈ ਨਾ, ਉੱਥੇ ਤੋਂ ਸਟਾਰਟ ਕਰਕੇ ਜਿਹੜੀ ਚੀਜ਼ ਨਹੀਂ ਪਤਾ ਅਸੀਂ ਉਹਦੀ ਜਗ੍ਹਾ ਦੱਸ ਸਕਦੇ ਹਾਂ। ਠੀਕ ਹੈ, ਮਤਲਬ ਪਹਿਲਾਂ ਸਾਨੂੰ ਇੱਕ ਕੇਂਦਰ ਬਿੰਦੂ ਦੱਸਣਾ ਪੈਂਦਾ, ਨਿਰਧਾਰਿਤ ਕਰਨਾ ਪੈਂਦਾ ਇੱਕ ਜਗ੍ਹਾ ਜਿੱਥੇ ਤੋਂ ਅਸੀਂ ਸਟਾਰਟ ਕਰਨਾ। ਠੀਕ ਹੈ, ਇਸ ਉਦਾਹਰਣ ਵਿੱਚ ਰੇਲਵੇ ਸਟੇਸ਼ਨ ਇੱਕ ਨਿਸ਼ਚਿਤ ਬਿੰਦੂ ਹੈ। ਹੁਣ ਸਾਡਾ ਰੇਲਵੇ ਸਟੇਸ਼ਨ ਕਿਆ ਹੋ ਗਿਆ, ਇੱਕ ਨਿਸ਼ਚਿਤ ਬਿੰਦੂ ਹੋ ਗਿਆ। ਅਸੀਂ ਦੂਜੇ ਨਿਸ਼ਚਿਤ ਬਿੰਦੂ ਨੂੰ ਵੀ ਆਪਣੀਆਂ ਸਹੂਲਤਾਂ ਅਨੁਸਾਰ ਚੁਣ ਸਕਦੇ ਹਾਂ। ਆਪਾਂ ਜ਼ਰੂਰੀ ਨਹੀਂ ਇੱਕੇ ਚੁਣਨਾ, ਕਈ ਵਾਰ ਦੋ ਨਿਸ਼ਚਿਤ ਬਿੰਦੂ ਵੀ ਚੁਣ ਸਕਦੇ ਹਾਂ। ਠੀਕ ਹੈ, ਇਸ ਲਈ ਕਿਸੇ ਵਸਤੂ ਦੀ ਸਥਿਤੀ ਨੂੰ ਦਰਸਾਉਣ ਲਈ ਸਾਨੂੰ ਇੱਕ ਨਿਸ਼ਚਿਤ ਬਿੰਦੂ ਨਿਰਧਾਰਿਤ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਹਿੰਦਾ ਮੈਨੂੰ ਇਹਦੀ ਜਗ੍ਹਾ ਦੱਸਣ ਨੂੰ ਪਹਿਲਾਂ ਮੈਨੂੰ ਇੱਕ ਹੋਰ ਜਗ੍ਹਾ ਦੱਸਣੀ ਪੈਂਦੀ ਵੀ ਇੱਥੇ ਤੋਂ ਇੰਨੀ ਦੂਰ ਹੈ। ਉਹ ਕਿਆ ਹੁੰਦਾ, ਇਹ ਨਿਰਧਾਰਿਤ ਬਿੰਦੂ ਹੋਇਆ ਜਿੱਥੇ ਤੋਂ ਮੈਂ ਇਹ ਜਗ੍ਹਾ ਜਿਹਦਾ ਮੈਨੂੰ ਪਤਾ ਨਹੀਂ ਸੀਗਾ ਕਿੱਥੇ ਹੈ ਨਾ, ਉਹਦੇ ਬਾਰੇ ਦੱਸਿਆ ਮੈਂ ਇਹਨੂੰ, ਇਸ ਚੀਜ਼ ਨੂੰ ਰੇਲਵੇ ਸਟੇਸ਼ਨ ਨੂੰ ਧਿਆਨ 'ਚ ਰੱਖ ਕੇ। ਠੀਕ ਹੈ, ਹੁਣ ਇਸ ਨੂੰ ਅਸੀਂ ਕੀ ਕਹਿਤਾ, ਮੂਲ ਬਿੰਦੂ ਜਾਂ ਓਰੀਜਨ ਵੀ ਕਿਹਾ ਜਾਂਦਾ ਹੈ।
ठीक है ना, इस जिहड़ा निर्धारित बिंदु था ना, ठीक है, ਆਪਾਂ ਇਹਨੂੰ क्या कहा था, आ साडा स्कूल हो गया, ये मान लो साडा रेलवे स्टेशन हो गया, ठीक है। रेलवे स्टेशन मेरा क्या हो गया, निर्धारित बिंदु या फिर मूल बिंदु या फिर ओरिजिन हो गया, ठीक है, समझ गए। अगे देखो, सरल रेखी गति, लीनियर मोशन, मोशन अलोंग स्ट्रेट लाइन, ठीक है। सरल रेखी गति किहड़ी है, या सीधी लाइन दे विच जद असीं किसी चीज़ नूं भेजदे हां ਜਾਂ ਚੱਲਦੀ ਆ ਉਹ, ਤਾਂ ਉਹ ਕਾਹਦੇ ਵਿੱਚ ਆ ਜਾਂਦੀ, ਸਰਲ ਰੇਖੀ ਗਤੀ ਜਾਂ ਫਿਰ ਲੀਨੀਅਰ ਮੋਸ਼ਨ। ਲੀਨੀਅਰ ਦਾ ਮਤਲਬ ਕੀ ਹੁੰਦਾ, ਸਿੱਧੀ ਸਟ੍ਰੇਟ ਲਾਈਨ ਦੇ ਵਿੱਚ। ਆ ਸੜਕ ਹੈ ਸਾਡੀ, ਸਿੱਧਾ ਬਿਲਕੁਲ ਇਸ ਤਰ੍ਹਾਂ ਸਿੱਧੀ ਜਾਣਾ ਚੀਜ਼ ਨੇ, ਉਹਨੂੰ ਅਸੀਂ ਕਿਆ ਕਹਤਾ, ਸਟ੍ਰੇਟ ਲਾਈਨ ਜਾਂ ਲੀਨੀਅਰ ਮੋਸ਼ਨ, ਇੱਕ ਲਾਈਨ ਦੇ ਵਿੱਚ, ਠੀਕ ਹੈ। ਮੰਨ ਲਓ ਆ ਧਾਗਾ ਹੈ, ਇੱਕ ਮਿੰਟ, ਮੰਨ ਲਓ ਇਹ ਧਾਗਾ ਹੈ, ਠੀਕ ਹੈ। ਇਹਦੇ ਉੱਤੇ ਮੈਂ ਇੱਕ ਕੀੜੀ ਰੱਖਤੀ, ਉਹ ਕੀੜੀ ਕਿੱਧਰ ਨੂੰ ਗਈ, ਇਸ ਸਾਈਡ ਨੂੰ, ਤਾਂ ਉਹ ਕਿਹੜੀ ਮੋਸ਼ਨ ਦੇ ਵਿੱਚ ਹੋ ਗਿਆ, ਇਹ ਧਾਗਾ ਦੋਨੇ ਸਾਈਡ ਤੋਂ ਮੈਂ ਬੰਨਿਆ ਹੋਇਆ, ਠੀਕ ਹੈ। ਉਹ ਤਾਂ ਫਿਰ ਇਹ ਕੀੜੀ ਕਿਸ ਮੋਸ਼ਨ 'ਚ ਹੋਗੀ, ਲੀਨੀਅਰ ਮੋਸ਼ਨ, ਇੱਕ ਲਾਈਨ ਦੇ ਉੱਪਰ ਜਾ ਰਹੀ ਨਾ, ਠੀਕ ਹੈ, ਸਿੱਧੀ ਜਾ ਰਹੀ ਨਾਲੇ, ਠੀਕ ਹੈ। ਇਹ ਹੋ ਗਿਆ ਸਾਡਾ ਲੀਨੀਅਰ ਮੋਸ਼ਨ। ਮੰਨ ਲਓ ਇੱਕ ਵਸਤੂ ਸਰਲ ਰੇਖੀ ਪਥ 'ਤੇ ਚੱਲ ਰਹੀ ਹੈ, ਵਸਤੂ ਆਪਣੀ ਗਤੀ ਬਿੰਦੂ O ਤੋਂ ਸ਼ੁਰੂ ਕਰਦੀ ਹੈ, ਜਿਸ ਨੂੰ ਨਿਸ਼ਚਿਤ ਬਿੰਦੂ ਮੰਨਿਆ ਜਾਂਦਾ ਹੈ। ਹੁਣ ਅਸੀਂ ਨਿਸ਼ਚਿਤ ਬਿੰਦੂ ਕਿਹਨੂੰ ਮੰਨਿਆ, ਜਿਹੜੀ ਕੀੜੀ ਤੀ, ਮੰਨ ਲਓ ਮੈਂ ਉਰੇ ਤੋਂ ਛੱਡੀ, ਤਾਂ ਇਹ ਮੇਰਾ ਨਿਸ਼ਚਿਤ ਬਿੰਦੂ ਹੋ ਗਿਆ, ਠੀਕ ਹੈ। ਇਹਨੂੰ ਕਿਆ ਕਹਤਾ ਮੈਂ, ਉਹ ਪੋਜੀਸ਼ਨ, ਇੱਧਰ ਤੋਂ ਇੱਧਰ ਨੂੰ ਜਾ ਰਿਹਾ। ਇਹਦਾ ਡਾਇਗਰਾਮ ਵੀ ਹੈਗਾ ਥੱਲੇ ਬੱਚਿਓ, ਇਹ ਦੇਖੋ, O ਤੋਂ, ਹੈ ਨਾ, ਆ ਦਿਖ ਰਿਹਾ ਨਾ ਤੁਹਾਨੂੰ, ਆਹ O ਤੋਂ ਮੰਨ ਲਓ ਇਸ ਸਾਈਡ ਨੂੰ ਮੈਂ ਧਾਗਾ ਬੰਨਿਆ ਹੋਇਆ, ਇਹ ਕੀੜੀ ਜਾ ਰਹੀ ਇਸ ਸਾਈਡ ਨੂੰ, ਮੰਨ ਲਓ, ਠੀਕ ਹੈ। ਇੱਥੇ ਇੱਕ ਕੀੜੀ ਹੈ, ਉਹ ਜਾ ਰਹੀ ਸੱਜੇ ਪਾਸੇ, ਠੀਕ ਹੈ, ਧਾਗੇ ਦੇ ਉੱਤੇ। ਹੁਣ ਅੱਗੇ ਕੀ ਹੈ, ਨਿਸ਼ਚਿਤ ਬਿੰਦੂ ਮੰਨਿਆ ਜਾ ਸਕਦਾ ਹੈ। ਤੇ ਚਿੱਤਰ 8.1 ਦੇ ਵਿੱਚ ਦੱਸਿਆ ਹੋਇਆ, ਮੰਨ ਲਓ A B ਅਤੇ C ਵੱਖ-ਵੱਖ ਸਮੇਂ ਅੰਤਰਾਲਾਂ ਦੇ ਅੰਤਰਾਲਾਂ 'ਤੇ ਵਸਤੂ ਦੀ ਸਥਿਤੀ ਨੂੰ ਦਰਸਾਉਂਦੇ ਹਨ। ਹੁਣ A C, ਇਹ ਲਿਖਿਆ ਹੋਇਆ ਨਾ, C B A, ਮੰਨ ਲਓ ਕੋਈ ਜਗ੍ਹਾ ਰਸਤੇ ਦੇ ਵਿੱਚ, ਠੀਕ ਹੈ। ਇੱਥੇ ਅਸੀਂ ਇੱਕ ਰੈੱਡ ਪੈਨ ਨਾਲ ਮਾਰਕ ਲਾਇਆ ਵਾ, ਮੰਨ ਲਓ ਇੱਕ ਬਲੂ ਨਾਲ, ਇੱਥੇ ਲਾਤਾ ਇੱਕ ਗਰੀਨ ਪੈਨ ਨਾਲ, ਠੀਕ ਹੈ। ਆਪਾਂ ਧਾਗੇ ਦੇ ਉੱਤੇ ਥੋੜ੍ਹਾ ਥੋੜ੍ਹਾ ਮਾਰਕ ਜਿਹਾ ਲਾਇਆ ਵਾ, ਟਿੱਕ ਜਿਹਾ ਕੀਤਾ ਵਾ, ਠੀਕ ਹੈ, ਥੋੜ੍ਹਾ ਜਿਹਾ ਧਾਗੇ ਦੇ ਉੱਤੇ ਰੰਗ ਕੀਤਾ ਹੋਇਆ, ਠੀਕ ਹੈ। ਮੰਨ ਲਓ ਉਹਦਾ ਨਾਮ ਕਿਹਾ CBA, ਜਿਹਦੇ ਉੱਤੇ ਸਾਡਾ ਕਿਆ ਹੈ, ਆਹ ਕੀੜੀ ਜਾ ਰਹੀ ਇੱਧਰ ਨੂੰ, ਹੈ ਨਾ, ਸੱਜੇ ਪਾਸੇ ਨੂੰ ਉਹ 'ਤੇ। ਹੁਣ ਕੀ ਹੈ, ਤੇ ਸਭ ਤੋਂ ਪਹਿਲਾਂ ਵਸਤੂ ਸਭ ਤੋਂ ਪਹਿਲਾਂ ਕਿੱਥੇ ਗਈ, C 'ਤੇ, O 'ਤੇ C, ਠੀਕ ਹੈ। C ਤੋਂ ਬਾਅਦ B, B ਤੋਂ ਬਾਅਦ A ਪਰ ਪਹੁੰਚੀ, ਹੈ ਨਾ, ਇਸ ਤਰ੍ਹਾਂ ਗਈ, ਠੀਕ ਹੈ। ਇਸ ਤੋਂ ਬਾਅਦ ਉਹ ਉਸੇ ਰਸਤੇ 'ਤੇ ਮੁੜਦੀ ਹੈ ਅਤੇ B ਤੋਂ ਹੁੰਦੀ ਹੋਈ C 'ਤੇ ਪਹੁੰਚਦੀ ਹੈ। ਹੁਣ ਕੀ ਹੋਇਆ, ਹੁਣ A ਪਰ ਪਹੁੰਚੀ, ਹੁਣ ਕੀੜੀ ਨੇ ਮੂੰਹ ਘੁਮਾ ਲਿਆ ਜੀ, ਉਹ ਵਾਪਸ ਪਿੱਛੇ ਨੂੰ ਮੁੜ ਗਈ, A ਤੋਂ B ਪਰ ਪਹੁੰਚੀ, ਫਿਰ B ਤੋਂ C ਪਰ ਆ ਕੇ ਖੜ੍ਹ ਗਈ, ਥੱਕ ਗਈ, ਠੀਕ ਹੈ, ਜਿਹੜਾ ਆਪਾਂ C ਮਾਰਕ ਲਾਇਆ ਹੋਇਆ, ਸਮਝ ਗਏ। ਹੁਣ ਵਸਤੂ ਜਿਹੜੀ ਹੈ ਸਾਡੀ, ਕੀੜੀ ਕਹਿਤਾ ਮੈਂ, ਕੀੜੀ ਤਾਂ ਕਿਲੋਮੀਟਰ, ਇੱਥੇ ਥੱਲੇ ਅਸੀਂ ਕਿਲੋਮੀਟਰ ਲਿਖਿਆ ਹੋਇਆ ਨਾ, ਹੁਣ ਕੀੜੀ ਵਾਸਤੇ ਕਿਲੋਮੀਟਰ ਜਾਣਾ ਬਹੁਤ ਔਖਾ ਹੈ, ਠੀਕ ਹੈ। ਆਪਾਂ ਕੀੜੀ ਦੀ ਜਗ੍ਹਾ ਕੋਈ ਹੋਰ ਚੀਜ਼ ਲੈ ਲੈਂਦੇ ਹਾਂ, ਠੀਕ ਹੈ, ਕਿਉਂਕਿ ਕੀੜੀ ਵਾਸਤੇ ਤਾਂ ਇੰਨਾ ਦੂਰੀ ਬਹੁਤ ਜ਼ਿਆਦਾ ਉਹਦੇ ਵਾਸਤੇ, ਠੀਕ ਹੈ। ਕਿਲੋਮੀਟਰ ਆਪਾਂ ਕਹਿ ਦਿੰਦੇ ਹਾਂ, ਚਲੋ ਆਰਾਮ ਸਾਈਕਲ 'ਤੇ ਜਾ ਰਿਹਾ ਕੀੜੀ ਦੀ ਜਗ੍ਹਾ, ਠੀਕ ਹੈ। ਕੀੜੀ ਤਾਂ ਔਖਾ ਕੰਮ ਹੋ ਗਿਆ ਕਿਲੋਮੀਟਰਾਂ ਦੇ ਵਿੱਚ ਜਾਣਾ, ਠੀਕ ਹੈ। ਤੇ ਹੁਣ ਦੇਖੋ, ਵਸਤੂ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ, ਹੁਣ ਕੁੱਲ ਕਿੰਨੀ ਦੂਰੀ ਹੋਈ ਉਸ ਵਸਤੂ ਦੇ ਦੁਆਰਾ, ਪਹਿਲਾਂ O ਤੋਂ C ਗਿਆ 25, ਫਿਰ B ਤੱਕ 35, 35 ਤੋਂ 60, ਮਤਲਬ ਜਿਹੜਾ ਹੁਣ ਸਾਡਾ ਸਾਈਕਲ 'ਤੇ ਬੰਦਾ ਜਾ ਰਿਹਾ, ਆਰਾਮ ਜਾ ਰਿਹਾ, ਠੀਕ ਹੈ। ਤੇ ਉਹ ਕਿੰਨਾ ਦੂਰ ਚਲਾ ਗਿਆ, ਹੁਣ ਕਿੰਨੀ ਦੂਰ ਚਲਾ ਗਿਆ, 60 ਕਿਲੋਮੀਟਰ, ਹੈ ਨਾ। ਫਿਰ ਉਹ ਕਿੱਥੇ ਨੂੰ ਆਇਆ, A ਤੋਂ ਫਿਰ B ਵੱਲੋਂ ਆਇਆ, B ਤੋਂ ਫਿਰ ਕਿੱਥੇ ਪਹੁੰਚ ਗਿਆ, C ਤੱਕ, ਮਤਲਬ A ਤੋਂ ਫਿਰ C ਤੱਕ ਆਇਆ, ਕਿੰਨਾ ਹੋ ਗਿਆ ਇਹ, A ਤੋਂ C ਤੱਕ ਕਿੰਨਾ ਹੋ ਗਿਆ, ਆਹ ਦੂਰੀ ਕਿੰਨੀ ਹੋ ਗਈ, ਜਿਹੜੀ ਇਹ ਵਾਲੀ ਹੈ, ਇਹ ਹੋ ਗਈ ਸਾਡੀ, ਦੇਖੋ ਕਿੰਨੀ ਹੋਈ, 60 ਘਟਾ ਕਿੰਨਾ, 25, ਕਿੰਨੀ ਦੂਰੀ ਹੋ ਗਈ ਦੇਖੋ, 5, 10 ਚੋਂ 5 ਗਏ 5, 6, 5, 5 ਚੋਂ 2 ਗਏ 3, ਕਿੰਨੀ ਹੋ ਗਈ ਇਹ, 35 ਕਿਲੋਮੀਟਰ ਹੋ ਗਈ, ਠੀਕ ਹੈ। ਮਤਲਬ ਕੀ ਹੋਇਆ,
60 ਜਮਾ 35 ਲਿਖਿਆ ਨਾ, 7 ਕਿਲੋਮੀਟਰ ਜਮਾ 35, ਟੋਟਲ ਕਿੰਨਾ ਹੋ ਗਿਆ 95 ਕਿਲੋਮੀਟਰ ਸਾਈਕਲ ਤੇ ਗਿਆ ਰਾਮ। ਠੀਕ ਹੈ, ਸਮਝ ਗਏ। ਇਹ ਵਸਤੂ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਹੈ। ਇਹ ਕਿਆ ਉਹਦੀ ਕੁੱਲ ਦੂਰੀ ਹੈ। ਠੀਕ ਹੈ, ਕਿਹੜੀ ਦੂਰੀ ਹੈ, ਕੁੱਲ ਦੂਰੀ ਹੈ। ਕਿੰਨੀ ਦੂਰੀ ਹੈ 95 ਕਿਲੋਮੀਟਰ। ਕਿਸੇ ਵਸਤੂ ਦੀ ਦੂਰੀ ਨੂੰ ਦਰਸਾਉਣ ਲਈ ਸਾਨੂੰ ਕੇਵਲ ਸੰਖਿਆਤਮਕ ਮਾਨ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਦੂਰੀ ਦੱਸਣੀ ਤਾਂ ਸਾਨੂੰ ਸਿਰਫ ਸੰਖਿਆਤਮਕ ਮਾਨ, ਕੀ ਮਤਲਬ ਕਿੰਨੇ ਕਿਲੋਮੀਟਰ, 95, 100, 150। ਠੀਕ ਹੈ, ਇੱਥੇ ਕਿਆ ਹੋ ਗਿਆ, ਸਾਨੂੰ ਸਿਰਫ ਸੰਖਿਆ ਦੀ ਜ਼ਰੂਰਤ ਹੁੰਦੀ ਹੈ ਨਾ, ਨਾਲੇ ਉਹਦਾ ਦੱਸਣਾ ਵੀ ਹੁੰਦਾ ਕਿਲੋਮੀਟਰ। ਠੀਕ ਹੈ, ਸੰਖਿਆ ਦੇ ਨਾਲ ਕਿਲੋਮੀਟਰ ਵੀ ਦੱਸਣਾ ਪੈਂਦਾ ਹੈ। ਠੀਕ ਹੈ ਬੱਚਿਓ, ਚਲੋ ਅੱਗੇ ਚੱਲੀਏ। ਕੁਝ ਹੋਰ ਜਿਹੀਆਂ ਰਾਸ਼ੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੇਵਲ ਉਹਨਾਂ ਦੇ ਸੰਖਿਆਤਮਕ ਮਾਨ ਦੁਆਰਾ ਨਿਸ਼ਚਿਤ ਰੂਪ ਵਿੱਚ ਦਰਸਾਇਆ ਜਾ ਸਕਦਾ। ਕੁਝ ਹੋਰ ਚੀਜ਼ਾਂ ਵੀ ਹੈ ਜਿਨ੍ਹਾਂ ਨੂੰ ਸਿਰਫ ਅਸੀਂ ਸੰਖਿਆ ਦੇ ਰੂਪ ਵਿੱਚ ਦੱਸ ਸਕਦੇ ਹਾਂ, ਬਈ ਇੰਨਾ ਕਿਲੋਮੀਟਰ ਫਲਾਣਾ, ਜਾਂ ਫਿਰ ਜਿੱਦਾਂ ਟਾਈਮ ਹੁੰਦਾ ਫਲਾਣੇ ਸਕਿੰਟ, 10 ਸਕਿੰਟ, 20 ਸਕਿੰਟ। ਠੀਕ ਹੈ ਨਾ, ਅਤੇ ਇਹਨਾਂ ਨੂੰ ਸੰਖਿਆ ਦੇ ਰੂਪ ਵਿੱਚ ਦੱਸ ਸਕਦੇ ਹਾਂ। ਕਿਸੇ ਭੌਤਿਕ ਰਾਸ਼ੀ, ਠੀਕ ਹੈ, ਕਿਸੇ ਭੌਤਿਕ ਰਾਸ਼ੀ ਦਾ ਸੰਖਿਆਤਮਕ ਮਾਨ ਉਸ ਦੀ ਮਾਤਰਾ ਹੁੰਦੀ ਹੈ। ਹੁਣ ਕੋਈ ਵੀ ਜਿਹੜੀ ਭੌਤਿਕ ਰਾਸ਼ੀ ਹੈ ਉਹਦੇ ਸੰਖਿਆਤਮਕ ਮਾਨ ਕਿਆ ਹੁੰਦਾ, ਉਹਦੀ ਮਾਤਰਾ ਹੁੰਦੀ। ਮਾਤਰਾ ਅਸੀਂ ਕਿਆ ਕਹਿ ਦਿੰਦੇ, ਅਸੀਂ ਯੂਨਿਟ ਕਹਿ ਦਿੰਦੇ। ਠੀਕ ਹੈ, ਉਹਦੀ ਇਕਾਈ ਕਹਿ ਦਿੰਦੇ। ਠੀਕ ਹੈ, ਜਿਸ 'ਚ ਉਹਨੂੰ ਮਾਪਿਆ ਜਾਂਦਾ। ਸੰਖਿਆਤਮਕ ਮਾਨ ਕਿੰਨਾ ਹੁੰਦਾ, ਠੀਕ ਹੈ ਨਾ, ਕਿੰਨੀ ਵੈਲਿਊ ਹੈ। ਅਸੀਂ ਕਹਤਾ ਰਾਮ ਗਿਆ, ਕਿੰਨਾ ਗਿਆ। ਠੀਕ ਹੈ, ਜਿਹੜਾ ਕਿੰਨੇ ਦਾ ਆਨਸਰ ਦਊਂਗਾ ਨਾ, ਬਈ 10 ਕਿਲੋਮੀਟਰ, 15 ਕਿਲੋਮੀਟਰ, 20 ਕਿਲੋਮੀਟਰ, 95 ਕਿਲੋਮੀਟਰ, ਉਹ ਦੱਸੂਗਾ ਸਾਨੂੰ ਉਹਦੀ ਸੰਖਿਆਤਮਕ ਮਾਨ ਕਿੰਨਾ ਹੈ। ਠੀਕ ਹੈ ਨਾ, ਕਿੰਨਾ 70 ਕਿਲੋਮੀਟਰ। ਠੀਕ ਹੈ, ਇਹ ਕਿਆ ਹੋ ਗਿਆ, ਉਹਦਾ ਸੰਖਿਆਤਮਕ ਮਾਨ, ਉਹਦੀ ਮਾਤਰਾ ਹੋ ਗਈ। ਇਸ ਉਦਾਹਰਣ ਦੇ ਨਾਲ ਕੀ ਤੁਸੀਂ ਵਸਤੂ C ਪਹਿਲੀ ਸਥਿਤੀ O ਤੋਂ ਅੰਤਿਮ ਸਥਿਤੀ C ਤੱਕ ਲੱਭ ਸਕਦੇ ਹੋ? ਬਿਲਕੁਲ ਜੀ, ਲੱਭੇ ਲਿਆ। ਇਹ ਅੰਤਰ ਤੁਹਾਨੂੰ ਵਸਤੂ ਦੇ ਵਿਸਥਾਪਨ ਦਾ ਸੰਖਿਆਤਮਕ ਮਾਨ A ਤੋਂ ਗੁਜ਼ਰਦੇ ਹੋਏ O ਤੋਂ C ਤੱਕ ਦਰਸਾਵੇਗਾ। ਹੁਣ ਇੱਕ ਨਵੀਂ ਚੀਜ਼ ਆ ਗਈ, ਵਿਸਥਾਪਨ। ਆਪਾਂ ਕੁੱਲ ਦੂਰੀ ਤਾਂ ਦੇਖ ਲਈ ਹੈ ਨਾ, ਕੁੱਲ ਦੂਰੀ ਵਸਤੂ ਦੀ ਕਿੰਨੀ ਤੀ, 95 ਕਿਲੋਮੀਟਰ। ਹੁਣ ਨਵੀਂ ਚੀਜ਼ ਆ ਗਈ, ਵਿਸਥਾਪਨ ਕੀ ਹੁੰਦਾ। ਅਤੇ ਵਿਸਥਾਪਨ ਆਪਾਂ ਜੇਕਰ ਆਪਾਂ ਸਿੰਪਲ ਜੀ ਗੱਲ ਕਰੀਏ, ਵਿਸਥਾਪਨ ਕੀ ਹੁੰਦਾ, ਸ਼ੋਰਟਕੱਟ ਕਹਿੰਦੇ ਜਿਹਨੂੰ ਅਸੀਂ। ਠੀਕ ਹੈ, ਹੁਣ ਆ ਗਿਆ ਵਸਤੂ ਦੀ ਪਹਿਲੀ ਅਤੇ ਅੰਤਿਮ ਸਥਿਤੀ ਦੇ ਵਿਚਕਾਰ ਛੋਟੇ ਤੋਂ ਛੋਟੀ ਮਾਪੀ ਗਈ ਦੂਰੀ ਨੂੰ ਵਸਤੂ ਦਾ ਵਿਸਥਾਪਨ ਜਾਂ ਡਿਸਪਲੇਸਮੈਂਟ ਕਹਿੰਦੇ ਹਨ। ਠੀਕ ਹੈ, ਟੋਟਲ ਦੂਰੀ ਨੂੰ ਅਸੀਂ ਕਿਆ ਕਹਿੰਦੇ, ਡਿਸਟੈਂਸ। ਅਤੇ ਆਪਾਂ ਜਿਹੜੀ ਕੁੱਲ ਦੂਰੀ ਤੈਅ ਕੀਤੀ ਤੀ ਹੈ ਨਾ, ਉਹਨੂੰ ਕਹਿੰਦੇ ਡਿਸਟੈਂਸ। ਅਤੇ ਆਪਾਂ ਵਿਸਥਾਪਨ ਨੂੰ ਕੀ ਕਹਿੰਦੇ ਆ, ਡਿਸਪਲੇਸਮੈਂਟ। ਵਿਸਥਾਪਨ ਕਿਆ ਹੋ ਗਿਆ, ਫਿਰ ਡਿਸਪਲੇਸਮੈਂਟ ਕਿਆ ਹੋ ਗਿਆ, ਆਪਾਂ ਕਹਿੰਦੇ ਸ਼ੋਰਟਕੱਟ। ਠੀਕ ਹੈ, ਹੁਣ ਇਹਦੇ ਵਿੱਚ ਦੇਖੀਏ ਕੀ ਸ਼ੋਰਟਕੱਟ ਹੈ। ਠੀਕ ਹੈ ਨਾ, ਕੀ ਵਸਤੂ ਦੇ ਵਿਸਥਾਪਨ ਦੀ ਮਾਤਰਾ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਦੇ ਬਰਾਬਰ ਹੋ ਸਕਦੀ ਹੈ। ਹੁਣ ਆਪਾਂ ਸ਼ੋਰਟਕੱਟ ਪਹਿਲਾਂ ਦੇਖ ਤਾਂ ਲਈਏ ਇਹਦੇ ਵਿੱਚ ਕੀ ਹੈ। ਹੁਣ ਸ਼ੋਰਟਕੱਟ ਦੇਖੋ ਜੀ, ਹੁਣ ਉਹ ਪਹਿਲਾਂ ਰਾਮ ਕਿੱਥੇ ਗਿਆ, O ਤੋਂ C, C ਤੋਂ B, B ਤੋਂ A, ਫਿਰ ਵਾਪਸ ਆ ਗਿਆ ਜੀ B ਤੱਕ, ਫਿਰ C ਤੱਕ, ਇੱਥੇ ਪਹੁੰਚ ਗਿਆ ਜੀ। ਹੁਣ ਆਪਾਂ ਸ਼ੋਰਟਕੱਟ ਤਰੀਕੇ ਨਾਲ ਦੇਖੀਏ, ਉਹ ਤਾਂ O ਤੋਂ C ਪਰ ਹੀ ਪਹੁੰਚਿਆ, A ਤੱਕ ਗਿਆ, ਆਪਾਂ ਕੀ ਲੈਣਾ, A 'ਤੇ ਗਿਆ ਫਿਰ ਵਾਪਸ ਆਇਆ, ਸੀ ਉਹ 'ਤੇ ਕੀ ਲੈਣਾ। ਅਸੀਂ ਰਾਮ ਨੂੰ ਇੱਕ ਦੂਸਰਾ ਬੰਦੇ ਨੇ ਸਲਾਹ ਦਿੱਤੀ, ਕਹਿੰਦਾ ਤੂੰ ਇੰਨੀ ਦੂਰੀ ਤੈਅ ਕੀਤੀ, ਤੂੰ ਪਾਗਲ ਹੈ, ਤੂੰ O ਤੋਂ C ਤੱਕ ਚੱਲ ਜਾਂਦਾ, ਤੈਨੂੰ 25 ਕਿਲੋਮੀਟਰ ਪੈਣਾ ਸੀ ਹੈ ਨਾ, 25 ਕਿਲੋਮੀਟਰ ਪੈਣਾ ਸੀ। ਤੂੰ ਗਿਆ O 'ਤੇ A 60, ਫਿਰ ਵਾਪਸ ਆਇਆ 35 ਪਾ ਕੇ, ਕਿੰਨੇ ਹੋ ਗਏ 95 ਕਿਲੋਮੀਟਰ ਹੈ। ਇੰਨਾ ਥੱਕ ਗਿਆ, ਤੂੰ ਸਿੱਧਾ O 'ਤੇ C ਜਾਂਦਾ। ਠੀਕ ਹੈ, ਹੁਣ ਜਿਹੜੀ ਅਸਲ ਦੂਰੀ ਹੈ ਉਹ ਕੀ ਹੋਈ, ਕੁੱਲ ਦੂਰੀ ਕਿਆ ਹੋਈ, O ਤੋਂ A ਤੇ C 95 ਕਿਲੋਮੀਟਰ। ਸ਼ੋਰਟਕੱਟ ਕਿਆ ਹੋਇਆ, ਜਿਹੜਾ ਦੂਸਰੇ ਬੰਦੇ ਨੇ ਦੱਸਿਆ, ਕਹਿੰਦਾ ਤੂੰ ਸਿੱਧਾ O ਤੇ C ਜਾਂਦਾ, ਇਹ ਉਹਦਾ ਵਿਸਥਾਪਨ ਹੋਇਆ। ਸ਼ੋਰਟਕੱਟ ਕਿਆ ਹੋਇਆ, O ਤੋਂ C ਤੱਕ ਜਾਣਾ ਤਾਂ ਉਹਨੇ C ਤੱਕ ਹੀ ਤਾਂ, ਆਖਰਕਾਰ ਪਹੁੰਚਣਾ ਤਾਂ C ਪਰ ਹੀ ਤਾਂ, ਚਾਹੇ ਇੱਧਰ ਤੇ ਘੁੰਮ ਕੇ ਆਉਂਦਾ, ਚਾਹੇ ਇੱਥੇ ਤੇ ਇੱਥੇ ਹੀ ਰੁਕ ਜਾਂਦਾ। ਜੇ ਉਹਨੇ ਜਾਣਾ ਹੀ C ਪਰ ਤਾਂ, ਕਹਿੰਦਾ ਐਡਾ ਬੜਾ ਗੇੜ ਕਾਹਤੇ ਪਾਇਆ, C ਤੱਕ ਸਿੱਧਾ ਹੀ ਚਲਾ ਜਾਂਦਾ। ਤੂੰ ਅੱਗੇ ਕਾਹਨੂੰ ਵੱਧ ਗਿਆ, ਤਾਂ ਫਿਰ ਵਾਪਸ ਆਇਆ ਉੱਥੇ ਤੋਂ।
ਠੀਕ ਹੈ। ਹੁਣ O ਤੋਂ C ਤੱਕ ਕਿਆ ਹੋ ਗਿਆ ਸਾਡਾ ਵਿਸਥਾਪਨ, ਜਿਹਨੂੰ ਅਸੀਂ ਡਿਸਪਲੇਸਮੈਂਟ ਕਹਿੰਦੇ। ਠੀਕ ਹੈ, ਅਸਲ ਦੂਰੀ ਕਿਆ ਤੀ, O ਤੋਂ A ਗਿਆ ਜਮਾ OA ਜਮਾ A ਤੋਂ C, OA ਜਮਾ AC ਸਾਡੇ ਕੋਲ ਕਿਆ ਹੋ ਗਿਆ ਤਾਂ ਉਹਦਾ ਟੋਟਲ ਦੂਰੀ ਹੋ ਗਈ ਤੀ। ਹੁਣ ਵਿਸਥਾਪਨ ਕਿਆ ਹੋਇਆ O ਤੋਂ ਲੈ ਕੇ C ਤੱਕ। ਠੀਕ ਹੈ, ਡਿਸਪਲੇਸਮੈਂਟ ਕਿਆ ਹੋ ਗਿਆ O ਤੋਂ C ਤੱਕ। ਚਲਿਏ ਅੱਗੇ। ਚਿੱਤਰ 8.1 ਵਿੱਚ ਲਏ ਗਏ ਉਦਾਹਰਣ ਨੂੰ ਲਓ। O ਤੋਂ A ਤੱਕ ਵਸਤੂ ਦੀ ਗਤੀ ਦੇ ਲਈ ਤੈਅ ਕੀਤੀ ਦੂਰੀ 60 ਕਿਲੋਮੀਟਰ ਹੈ। ਆਪਾਂ ਪੜ੍ਹ ਲਿਆ O ਤੋਂ A ਕਿੰਨਾ ਹੈ, 60 ਹੈ ਨਾ, O ਤੋਂ A 60 ਕਿਲੋਮੀਟਰ ਹੈ। ਠੀਕ ਹੈ, 60 ਕਿਲੋਮੀਟਰ ਹੈ ਅਤੇ ਵਿਸਥਾਪਨ ਦੀ ਮਾਤਰਾ ਵੀ 60 ਕਿਲੋਮੀਟਰ ਹੈ। ਹੁਣ ਜੇਕਰ ਅਸੀਂ ਕਹਿੰਦੇ O ਤੋਂ A ਤੱਕ ਜਾਣਾ ਤਾਂ ਜੀ, ਠੀਕ ਹੈ, ਅਤੇ ਹੁਣ ਦੂਜਾ ਬੰਦਾ ਉਹ ਵੀ O ਤੋਂ A ਤੱਕ ਗਿਆ। ਉਹ ਕਹਿੰਦਾ ਜਿਹੜੇ ਦੂਜੇ ਬੰਦੇ ਨੇ ਪਹਿਲਾਂ ਸਲਾਹ ਦਿੱਤੀ ਤੀ ਸ਼ੋਰਟਕੱਟ ਵਾਲੇ ਨੇ, ਹੁਣ ਸਾਨੂੰ ਪਤਾ ਲੱਗਿਆ ਵੀ O ਤੇ A ਤੱਕ ਤਾਂ ਕੋਈ ਸ਼ੋਰਟਕੱਟ ਹੈ ਹੀ ਨਹੀਂ। ਆਪਾਂ O ਤੋਂ A ਤੱਕ ਹੋਰ ਤਰੀਕੇ ਨਾਲ ਜਾ ਹੀ ਨਹੀਂ ਸਕਦੇ, ਆਪਾਂ ਨੂੰ ਸਿੱਧਾ ਜਾਣਾ ਹੀ ਪੈਣਾ ਇੱਥੇ ਤੋਂ ਇੱਥੇ ਤੱਕ, ਮਤਲਬ 60 ਕਿਲੋਮੀਟਰ ਤਾਂ ਜਾਣਾ ਹੀ ਪੈਣਾ। ਠੀਕ ਹੈ, ਅਸਲ ਦੂਰੀ ਵੀ 60 ਹੈ, ਹੁਣ ਸਾਡਾ ਵਿਸਥਾਪਨ ਵੀ 60 ਹੋ ਗਿਆ, ਡਿਸਟੈਂਸ ਵੀ ਸਾਡਾ 60 ਕਿਲੋਮੀਟਰ ਹੋ ਗਿਆ, ਵਿਸਥਾਪਨ ਸ਼ੋਰਟਕੱਟ ਵੀ 60 ਕਿਲੋਮੀਟਰ ਹੋ ਗਿਆ, ਕਿਉਂਕਿ ਸ਼ੋਰਟਕੱਟ ਹੋਰ ਕੋਈ ਹੈ ਹੀ ਨਹੀਂ, ਸਾਡਾ ਇਹੀ ਸ਼ੋਰਟਕੱਟ ਹੈ, ਹੁਣ ਸਿੱਧਾ ਹੀ ਜਾਣਾ। ਠੀਕ ਹੈ, ਸਮਝ ਗਏ। ਮਤਲਬ ਜਿਹੜਾ ਸਾਡਾ ਡਿਸਟੈਂਸ ਹੈ ਅਤੇ ਡਿਸਪਲੇਸਮੈਂਟ ਹੈ, ਵਿਸਥਾਪਨ ਅਤੇ ਅਸਲ ਦੂਰੀ ਬਰਾਬਰ ਵੀ ਹੋ ਸਕਦੇ। ਜ਼ਰੂਰੀ ਨਹੀਂ ਜਿਹੜਾ ਸਾਡਾ ਵਿਸਥਾਪਨ ਹੈ ਉਹ ਛੋਟਾ ਹੋਵੇ ਅਸਲ ਦੂਰੀ ਤੋਂ, ਉਹਦੇ ਬਰਾਬਰ ਵੀ ਹੋ ਸਕਦਾ। ਠੀਕ ਹੈ ਬੱਚੋ, ਬਰਾਬਰ ਵੀ ਹੋ ਸਕਦਾ। ਹੁਣ ਅੱਗੇ ਦੇਖੋ, ਉਸ ਦੀ ਗਤੀ O ਤੋਂ A ਤੱਕ ਅਤੇ ਵਾਪਸ B ਤੱਕ ਤੈਅ ਕੀਤੀ ਗਈ ਦੂਰੀ 60 ਕਿਲੋਮੀਟਰ ਜਮਾ 25 ਕਿਲੋਮੀਟਰ 85 ਕਿਲੋਮੀਟਰ। ਫਿਰ ਉਹ ਕਿੱਥੇ ਗਿਆ ਤਾਂ O ਤੇ A ਗਿਆ ਤਾਂ ਉਹ ਫਿਰ O ਤੇ A ਤੇ ਵਾਪਸ ਗਿਆ ਤਾਂ ਨਾ B ਤੱਕ। ਠੀਕ ਹੈ, ਹੁਣ 60 ਘਟਾ B ਤੱਕ ਕਿੰਨਾ ਹੈ, 60 ਚੋਂ 35 ਘਟਾ ਦਿਓ, 35 ਘਟਾ ਦਿਓ, ਕਿੰਨਾ ਹੋ ਗਿਆ ਸਾਡੇ ਕੋਲ 25 ਕਿਲੋਮੀਟਰ। ਠੀਕ ਹੈ ਨਾ, ਮਤਲਬ ਆਹ ਦੂਰੀ ਕਿੰਨੀ ਹੈ, ਆਹ A ਤੋਂ B ਤੱਕ 25 ਕਿਲੋਮੀਟਰ, ਮਤਲਬ ਟੋਟਲ ਕਿੰਨਾ ਗਿਆ ਉਹ O ਤੋਂ A 60, 60 ਜਮਾ 25। ਠੀਕ ਹੈ, 85 ਕਿਲੋਮੀਟਰ ਉਹ ਅਸਲੀ ਦੂਰੀ ਤੈਅ ਕੀਤੀ। ਕਿੰਨੀ ਦੂਰੀ ਤੈਅ ਕੀਤੀ ਉਹਨਾਂ ਅਸਲੀ, 85 ਕਿਲੋਮੀਟਰ। ਠੀਕ ਹੈ, ਜਦੋਂ ਕਿ ਵਿਸਥਾਪਨ ਦੀ ਮਾਤਰਾ 35 ਕਿਲੋਮੀਟਰ। ਹੁਣ ਦੂਜਾ ਬੰਦਾ ਸ਼ੋਰਟਕੱਟ ਵਾਲਾ ਜਿਹੜਾ ਸਲਾਹ ਦਿੰਦਾ ਫਿਰਦਾ ਉਹਨੂੰ, ਕਹਿੰਦਾ ਤੂੰ O ਤੇ A ਗਿਆ, A ਤੋਂ B ਆਇਆ, ਕਿੰਨਾ ਆਇਆ ਟੋਟਲ, ਕਹਿੰਦਾ ਉਹ ਕਹਿੰਦਾ ਜੀ ਇਹ ਦੂਰੀ ਤਾਂ ਮੈਂ 85 ਕਿਲੋਮੀਟਰ ਤੈਅ ਕੀਤੀ। ਕਹਿੰਦਾ ਤੂੰ ਤਾਂ ਪਾਗਲ ਨਿਕਲਿਆ, ਕਹਿੰਦਾ ਜਦ ਤੱਕ ਜਾਣਾ ਹੀ B ਪਰ ਤਾਂ ਤੈਨੂੰ ਆ ਸਿੱਧਾ ਨਹੀਂ ਦਿਖਦਾ, ਤਾਂ ਤੂੰ O ਤੋਂ ਸਿੱਧਾ B ਪਰ ਜਾਂਦਾ, ਇੱਥੇ ਖੜ੍ਹ ਜਾਂਦਾ। ਇਹ ਕਿੰਨੀ ਦੂਰੀ ਤੀ ਸਾਰੀ, ਆਹ ਦੇਖੋ 35 ਕਿਲੋਮੀਟਰ, ਇਹ ਦੂਰੀ ਤੀ 35 ਕਿਲੋਮੀਟਰ। ਕਹਿੰਦਾ ਤੂੰ ਤਾਂ ਪਾਗਲ ਨਿਕਲਿਆ, 35 ਚੱਲ ਜਾਂਦਾ 85 ਨਾਲ ਤੋਂ, ਹੈ ਨਾ, 35 ਸੌਖਾ ਨਿਕਲਿਆ। ਮਤਲਬ ਸਾਡਾ 35 ਕਿਆ ਹੋਇਆ, ਵਿਸਥਾਪਨ। ਠੀਕ ਹੈ, ਡਿਸਪਲੇਸਮੈਂਟ। 85 ਕਿਆ ਹੋਇਆ, ਅਸਲ ਦੂਰੀ, ਜਿਹ 'ਚੋਂ ਥੱਕ ਗਿਆ। ਠੀਕ ਹੈ, ਅਸਲੀ ਥਕਾਵਟ ਹੋਈ ਜਿਹ 'ਚ ਉਹਨੂੰ। ਠੀਕ ਹੈ, ਮਤਲਬ ਅਸਲ ਦੂਰੀ ਜ਼ਿਆਦਾ ਹੋ ਸਕਦੀ ਵਿਸਥਾਪਨ ਨਾਲ ਤੋਂ। ਪਹਿਲਾਂ ਅਸੀਂ ਪੜ੍ਹਿਆ ਬਰਾਬਰ ਵੀ ਹੋ ਸਕਦੇ, ਜਦ ਹੋਰ ਕੋਈ ਰਸਤਾ ਹੀ ਨਹੀਂ, ਸ਼ੋਰਟਕੱਟ ਹੈ ਹੀ ਨਹੀਂ, ਤਾਂ ਵਿਸਥਾਪਨ ਵੀ ਉਹੀ ਬਣ ਜਾਂਦਾ, ਅਸਲ ਦੂਰੀ ਵੀ ਉਹੀ ਹੁੰਦੀ। ਠੀਕ ਹੈ, ਪਰ ਜਦ ਸਾਡੇ ਕੋਲ ਕੋਈ ਹੋਰ ਰਸਤਾ ਹੁੰਦਾ, ਹੋਰ ਉਪਾਅ ਹੁੰਦਾ ਉੱਥੇ ਤੱਕ ਸ਼ੋਰਟਕੱਟ 'ਚ ਪਹੁੰਚਣ ਦਾ, ਤਾਂ ਅਸੀਂ ਕਿਆ ਕਹਿੰਦੇ, ਜਿਹੜੀ ਸਾਡੀ ਅਸਲ ਦੂਰੀ ਹੈ ਉਹ ਜ਼ਿਆਦਾ ਹੁੰਦੀ ਅਤੇ ਵਿਸਥਾਪਨ ਛੋਟਾ ਹੁੰਦਾ ਉਸ ਨਾਲ ਤੋਂ। ਸ਼ੋਰਟਕੱਟ ਹੈ ਨਾ, ਛੋਟਾ ਹੀ ਹੋਣਾ। ਸਮਝ ਗਏ ਜੀ। ਚਲੋ, ਇਸ ਲਈ ਵਿਸਥਾਪਨ ਦੀ ਮਾਤਰਾ 35, ਤੈਅ ਕੀਤੀ ਗਈ ਦੂਰੀ ਕਿੰਨੀ ਤੀ, 85 ਕਿਲੋਮੀਟਰ ਦੇ ਬਰਾਬਰ ਨਹੀਂ ਹੋਵੇਗੀ। ਠੀਕ ਹੈ, ਹੁਣ ਅੱਗੇ ਇਸ ਤੋਂ ਇਲਾਵਾ ਅਸੀਂ ਇਹ ਵੀ ਦੇਖਾਂਗੇ ਕਿ ਵਿਸਥਾਪਨ ਦੀ ਮਾਤਰਾ ਗਤੀ ਦੇ ਦੌਰਾਨ 0 ਹੋ ਸਕਦੀ ਹੈ, ਪਰੰਤੂ ਉਸ ਦੇ ਨਾਲ ਤੈਅ ਕੀਤੀ ਗਈ ਦੂਰੀ ਸਿਰਫ 0 ਨਹੀਂ ਹੋਵੇਗੀ। ਹੁਣ ਕਹਿੰਦਾ ਇੱਕ ਬੰਦਾ ਇਹ ਮੰਨ ਲਓ, ਮੈਂ ਇੱਥੇ ਬਣਾ ਦਿੰਦਾ, ਹੁਣ ਆਹ ਬੰਦਾ ਏ, ਆਹ ਇੱਥੇ ਆਹ ਬੰਦਾ ਖੜਾ। ਠੀਕ ਹੈ, ਇਹ ਜੀ ਦੌੜ ਲਾਉਣ ਲੱਗ ਪਿਆ ਇੱਥੇ ਤੋਂ, ਮੰਨ ਲਓ ਆਹ ਜਿਹੜਾ ਚੱਕਰ ਹੈਗਾ ਨਾ, ਇਹਦੀ ਦੂਰੀ ਹੈਗੀ 500 ਮੀਟਰ। 500 ਮੀਟਰ ਹੈ ਇਹਦੀ ਦੂਰੀ। ਠੀਕ ਹੈ, ਇਹ 500 ਮੀਟਰ ਗਿਆ ਕਿੱਧਰ ਨੂੰ, ਇੱਦਾਂ ਨੱਠ ਕੇ ਇੱਧਰ ਨੂੰ ਚਲਾ ਗਿਆ, ਫਿਰ ਉੱਥੇ ਆ ਗਿਆ ਵਾਪਸ। ਕਿੰਨੇ ਤੈਅ ਕੀਤੀ ਉਹਨਾਂ ਦੂਰੀ, ਅਸਲ ਦੂਰੀ ਕਿੰਨੀ ਤੈਅ ਕੀਤੀ, 500 ਮੀਟਰ।
ਹੁਣ ਦੂਆ ਬੰਦਾ ਫੇਰ ਆ ਗਿਆ, ਇਹ ਬੰਦਾ ਪਤਾ ਨਹੀਂ ਕਿੱਥੇ ਤੋਂ ਆ ਜਾਂਦਾ ਬਈ, ਸਲਾਹਾਂ ਦੇਣੇ ਵਾਲਾ, ਬੜਾ ਚਲਾਕ ਬੰਦਾ ਹੈ। ਉਹਨੇ ਫੇਰ ਸਲਾਹ ਦੇ ਦਿੱਤੀ। ਉਹ ਕਹਿੰਦਾ ਪਾਗਲਾ ਤੂੰ ਇੱਥੇ ਖੜਾ ਰਹਿੰਦਾ, ਜੇ ਤਾਂ ਗੋਲ ਘੁੰਮ ਕੇ ਆਉਣਾ ਹੀ ਤਾਂ ਤੂੰ ਇੱਥੇ ਖੜਾ ਰਹਿੰਦਾ, ਤੈਨੂੰ ਕਿਆ ਪਾਗਲਪਣ ਛਿੜਿਆ ਵਾ ਤਾਂ। ਕਹਿੰਦਾ ਗੱਲ ਤਾਂ ਤੇਰੀ ਵੀ ਸਹੀ ਹੈ, ਜੇ ਮੈਂ ਇੱਥੇ ਖੜਾ ਰਹਿੰਦਾ ਤਾਂ ਮੈਂ ਕਿੰਨੀ ਕੁੱਲ ਦੂਰੀ ਤੈਅ ਕੀਤੀ। ਕਹਿੰਦਾ 0 ਕਿਲੋਮੀਟਰ। ਮਤਲਬ 0 ਕਿਲੋਮੀਟਰ ਤਾਂ ਮੇਰਾ ਕਿਆ ਹੋ ਗਿਆ, ਇਹ ਤਾਂ ਸ਼ੋਰਟਕੱਟ ਹੋ ਗਿਆ ਕਹਿੰਦਾ, ਹੈ ਨਾ। ਇਹ ਮੇਰਾ ਕਿਆ ਹੋ ਗਿਆ, ਸ਼ੋਰਟਕੱਟ। ਸ਼ੋਰਟਕੱਟ ਨੂੰ ਅਸੀਂ ਨਾਮ ਦਿੱਤਾ ਵਾ ਵਿਸਥਾਪਨ। ਮਤਲਬ ਵਿਸਥਾਪਨ 0 ਵੀ ਹੋ ਸਕਦਾ, ਪਰ ਅਸਲ ਦੂਰੀ 0 ਨਹੀਂ ਹੋ ਸਕਦੀ, ਅਸਲ ਦੂਰੀ ਤਾਂ ਜ਼ਿਆਦਾ ਹੀ ਹੋਣੀ 0 ਤੋਂ। ਠੀਕ ਹੈ, ਜੇ ਅਸੀਂ ਮੰਨ ਲੈਂਦੇ ਹਾਂ ਕਿ ਵਸਤੂ ਵਾਪਸ ਮੂਲ ਬਿੰਦੂ O ਤੱਕ ਗਤੀ ਕਰਦੇ ਹੋਏ ਜਾਂਦੀ ਹੈ ਤਾਂ ਅੰਤਿਮ ਸਥਿਤੀ ਪਹਿਲੀ ਸਥਿਤੀ ਨਾਲ ਮਿਲ ਜਾਂਦੀ ਹੈ। ਜਦ ਆਖਰੀ ਸਥਿਤੀ ਵੀ ਉਹੀ ਹੋਵੇ, ਪਹਿਲੀ ਸਥਿਤੀ ਵੀ ਉਹੀ ਹੋਵੇ ਜਿੱਥੇ ਤੋਂ ਸ਼ੁਰੂ ਕੀਤਾ। ਹੁਣ ਜਿੱਦਾਂ ਆਹ ਬੰਦਾ ਗਿਆ ਸੀ, ਮੰਨ ਲਓ ਪਹਿਲੀ ਸਥਿਤੀ ਕਿਆ ਤੀ ਦੀ O ਤੋਂ A ਗਿਆ, A ਤੋਂ ਫਿਰ ਵਾਪਸ ਆ ਗਿਆ O ਤੱਕ। ਇੱਥੇ ਕਿਆ ਹੋ ਜਾਂਦਾ ਸਾਡਾ ਜਿਹੜਾ ਵਿਸਥਾਪਨ ਕਿਆ ਹੋ ਜਾਂਦਾ, ਜਦ ਅਸੀਂ ਸਾਡੀ ਪਹਿਲੀ ਚੀਜ਼ ਵੀ, ਪਹਿਲੀ ਜਗ੍ਹਾ ਵੀ ਉਹੀ ਹੈ, ਆਖਰੀ ਜਗ੍ਹਾ ਵੀ ਉਹੀ ਹੈ, ਤਾਂ ਵਿਸਥਾਪਨ ਕਿਆ ਹੋ ਜਾਂਦਾ 0 ਕਿਲੋਮੀਟਰ। ਠੀਕ ਹੈ, ਕੋਈ ਦੂਰੀ ਨਹੀਂ ਹੁੰਦੀ ਉਹ। ਠੀਕ ਹੈ, ਪਰ ਅਸਲ ਦੂਰੀ ਕਿਆ ਹੈ, O ਤੋਂ ਮੈਂ A ਗਿਆ 60 ਕਿਲੋਮੀਟਰ, 60 ਕਿਲੋਮੀਟਰ ਫਿਰ ਵਾਪਸ ਆਇਆ, 120 ਕਿਲੋਮੀਟਰ ਸਾਡੀ ਮੇਰੀ ਅਸਲ ਦੂਰੀ ਹੋ ਗਈ। ਠੀਕ ਹੈ, ਸ਼ੋਰਟਕੱਟ ਕਿਆ ਹੋਇਆ, ਵਿਸਥਾਪਨ ਕਿਆ ਹੋਇਆ, ਮੈਂ ਉੱਥੇ ਖੜਾ ਰਹਿੰਦਾ 0 ਕਿਲੋਮੀਟਰ। ਠੀਕ ਹੈ, 120 ਤੱਕ ਹੋ ਗਿਆ ਸਾਡਾ। ਠੀਕ ਹੈ, ਭਾਵੇਂ ਕਿ ਇਸ ਯਾਤਰਾ ਵਿੱਚ ਕੁੱਲ ਤੈਅ ਕੀਤੀ ਗਈ ਦੂਰੀ ਕਿੰਨੀ ਤੀ, O ਤੋਂ A ਤੱਕ ਗਿਆ, A ਤੋਂ ਫਿਰ O ਤੱਕ ਆਇਆ, ਤਾਂ ਮਤਲਬ ਟੋਟਲ 120 ਕਿਲੋਮੀਟਰ। 60 ਕਿਲੋਮੀਟਰ ਸੱਜੇ ਨੂੰ ਗਿਆ, ਫਿਰ ਵਾਪਸ ਖੱਬੇ ਨੂੰ ਆ ਗਿਆ ਉਸੇ ਜਗ੍ਹਾ ਨੂੰ, 120 ਕਿਲੋਮੀਟਰ ਹੈ। ਇਸ ਲਈ ਦੋ ਵੱਖ-ਵੱਖ ਭੌਤਿਕ ਰਾਸ਼ੀਆਂ ਦੂਰੀ ਅਤੇ ਵਿਸਥਾਪਨ ਦਾ ਉਪਯੋਗ ਕਿਸੇ ਵਸਤੂ ਦੀ ਪੂਰੀ ਗਤੀ ਦੀ ਪ੍ਰਕਿਰਿਆ ਦਾ ਵਰਣਨ ਕਰਨ ਲਈ ਅਤੇ ਦਿੱਤੇ ਗਏ ਸਮੇਂ ਵਿੱਚ ਵਸਤੂ ਦੀ ਪਹਿਲੀ ਸਥਿਤੀ ਦੇ ਸੰਖੇਪ ਅੰਤਿਮ ਸਥਿਤੀ ਸਥਾਪਿਤ ਕਰਨ ਲਈ ਕੀਤੀ ਜਾਂਦੀ ਹੈ। ਠੀਕ ਹੈ, ਕਿਆ ਕਹਿੰਦਾ, ਹੁਣ ਅਸੀਂ ਦੋ ਚੀਜ਼ਾਂ ਪੜ੍ਹਨੀਆਂ, ਇੱਕ ਹੁੰਦੀ ਜੀ ਸਪੀਡ, ਇੱਕ ਹੁੰਦੀ ਵੈਲੋਸਿਟੀ। ਠੀਕ ਹੈ, ਇਹ ਅਸੀਂ ਜਿਹੜਾ ਅਸੀਂ ਇੱਕ ਹੁੰਦੀ ਸ਼ੋਰਟਕੱਟ ਵਾਲੀ ਸਪੀਡ, ਮੰਨ ਲਓ ਉਹਨੂੰ ਅਸੀਂ ਵੈਲੋਸਿਟੀ ਕਹਿੰਦੇ, ਸ਼ੋਰਟਕੱਟ ਵਾਲੀ ਸਪੀਡ। ਇੱਕ ਹੈਗੀ ਜਿਹੜੀ ਸਪੀਡ ਹੈ। ਠੀਕ ਹੈ, ਇਹ ਸਪੀਡ ਕਿੱਥੇ ਤੋਂ ਆਈ, ਇਹ ਆਈ ਜਿਹੜੀ ਅਸਲ ਦੂਰੀ ਤੈਅ ਕੀਤੀ। ਜਿਹੜੀ ਸ਼ੋਰਟਕੱਟ ਵਾਲੀ ਸਪੀਡ ਹੈ ਉਹਨੂੰ ਮੈਂ ਵੈਲੋਸਿਟੀ ਕਹਿਤਾ, ਨਵਾਂ ਨਾਮ ਦਿੱਤਾ ਸ਼ੋਰਟਕੱਟ ਵਾਲੀ। ਠੀਕ ਹੈ, ਸਮਝ ਗਏ। ਅਤੇ ਇਹ ਅਲੱਗ-ਅਲੱਗ ਹੋ ਗਏ ਨਾ, ਭੌਤਿਕੀ ਸਾਡੀ ਭੌਤਿਕੀ ਵਾਲੀ ਭਾਸ਼ਾਵਾਂ ਇਹ। ਠੀਕ ਹੈ, ਅਸੀਂ ਕਿਆ ਕੀਤਾ, ਇਹਨਾਂ ਨੂੰ ਅਲੱਗ ਕਰ ਦਿੱਤਾ। ਠੀਕ ਹੈ, ਦੋਨੇ ਚੀਜ਼ਾਂ ਨੂੰ ਅਲੱਗ ਕਰ ਦਿੱਤਾ, ਫਿਰ ਅਸੀਂ ਅਲੱਗ-ਅਲੱਗ ਪੜ੍ਹਾਂਗੇ ਅੱਗੇ। ਠੀਕ ਹੈ, ਸਮਝ ਗਏ ਬੱਚਿਓ। ਹੁਣ ਦੇਖੋ ਕਿਰਿਆ 8.3, 1 ਮੀਟਰ ਸਕੇਲ ਵਿੱਚ ਇੱਕ ਲੰਬੀ ਰੱਸੀ ਲਾਓ, ਬਾਸਕਟਬਾਲ ਕੋਰਟ ਦੇ ਇੱਕ ਕੋਣੇ ਤੋਂ ਦੂਜੇ ਕੋਣੇ ਤੱਕ ਉਸਦੇ ਕਿਨਾਰੇ ਤੋਂ ਹੁੰਦੇ ਹੋਏ ਚੱਲੋ। ਆਪਣੇ ਦੁਆਰਾ ਤੈਅ ਕੀਤੀ ਗਈ ਦੂਰੀ ਅਤੇ ਵਿਸਥਾਪਨ ਦੀ ਮਾਤਰਾ ਨੂੰ ਮਾਪੋ। ਦੋਵਾਂ ਭੌਤਿਕੀ ਰਾਸ਼ੀਆਂ ਦੇ ਮਾਪਣ ਵਿੱਚ ਤੁਸੀਂ ਕੀ ਅੰਤਰ ਪਾਉਂਦੇ ਹੋ। ਕਹਿੰਦਾ ਮੰਨ ਲਓ ਬਾਸਕਟਬਾਲ ਕੋਰਟ ਆ ਸਾਡਾ। ਠੀਕ ਹੈ, ਗਰਾਊਂਡ ਹੈ ਬਾਸਕਟਬਾਲ ਦਾ। ਕਹਿੰਦਾ ਮੈਂ ਇੱਧਰ ਤੋਂ ਇੱਧਰ ਨੂੰ ਰੱਸੀ ਪਾਤੀ ਡਾਇਗਨਲ ਦੇ ਵਿੱਚ। ਠੀਕ ਹੈ, ਬਾਸਕਟਬਾਲ ਦਾ ਗਰਾਊਂਡ ਅਸੀਂ ਮੰਨ ਲੈਂਦੇ ਹਾਂ, ਇੱਧਰ ਨੂੰ ਮੰਨ ਲਓ 30 ਮੀਟਰ ਹੈ, ਇੱਧਰ ਨੂੰ ਮੰਨ ਲਓ ਅਸੀਂ 20 ਮੀਟਰ ਮੰਨ ਲੈਂਦੇ ਹਾਂ। ਠੀਕ ਹੈ, ਹੁਣ 30-20 ਛੱਡੋ, ਅਸੀਂ ਹੋਰ ਮੰਨ ਲੈਂਦੇ ਹਾਂ, ਆਪਾਂ ਪਾਇਥਾਗੋਰਸ ਥਿਊਰਮ ਵਾਲਾ ਮੰਨ ਲੈਂਦੇ ਹਾਂ। ਠੀਕ ਹੈ, ਕਿਹੜਾ ਮੰਨਦੇ ਆ, ਇੱਕ ਸਾਡੇ ਕੋਲ ਆਹ ਕੀ ਹੈ, ਬਾਸਕਟਬਾਲ ਕੋਰਟ ਹੈ, ਮੰਨ ਲਓ ਛੋਟਾ ਜਿਹਾ ਕੋਰਟ ਹੈ ਇਹ। ਠੀਕ ਹੈ, ਇੱਧਰ ਨੂੰ 3, ਇੱਧਰ ਨੂੰ 4 ਮੀਟਰ, 3 ਮੀਟਰ ਅਤੇ 4 ਮੀਟਰ। ਠੀਕ ਹੈ, ਇੱਕ ਅਸੀਂ ਰੱਸੀ ਪਾਤੀ, ਉਰੇ ਤੋਂ ਉਰੇ ਬੰਨ੍ਹਤੀ ਰੱਸੀ, ਇੱਥੇ ਤੋਂ ਇੱਥੇ ਤੱਕ ਬੰਨ੍ਹਤੀ। ਠੀਕ ਹੈ, ਡਾਇਗਨਲ ਦੇ ਵਿੱਚ ਉਹਦੇ। ਠੀਕ ਹੈ, ਇੱਕ ਖੂੰਜੇ ਤੋਂ ਦੂਜੇ ਖੂੰਜੇ ਤੱਕ ਬੰਨ੍ਹ ਦਿੱਤੀ ਰੱਸੀ। ਹੁਣ ਕਹਿੰਦਾ ਰਾਮ ਨੂੰ ਇੱਧਰ ਤੋਂ ਕਿਹਾ ਤੂੰ ਇੱਧਰ ਤੋਂ ਜਾ। ਰਾਮ ਪਹਿਲਾਂ 3 ਮੀਟਰ ਇੱਧਰ ਗਿਆ, ਫਿਰ ਅਗਲੇ 4 ਮੀਟਰ ਇੱਧਰ ਗਿਆ। ਟੋਟਲ ਕਿੰਨਾ ਗਿਆ ਰਾਮ, 7 ਮੀਟਰ। 3 ਜਮ੍ਹਾਂ 4 7। ਹੁਣ ਜਿਹੜਾ ਮੈਂ ਗਿਆ, ਮੈਂ ਜਦ ਗਿਆ ਫਿਰ ਮੈਨੂੰ ਤਾਂ ਉਹੀ ਬੰਦੇ ਦੀ ਸਲਾਹ ਯਾਦ ਆ ਗਈ। ਉਹ ਕਹਿੰਦਾ ਉਹ ਜਿਹੜੀ ਰੱਸੀ ਹੈ, ਰੱਸੀ ਪਰ ਚੱਲ ਜਾ। ਮੈਂ ਰੱਸੀ ਪਰ 'ਤੇ ਗਿਆ। ਜਦ ਮੈਂ ਅਸਲ ਦੂਰੀ ਦੇਖੀ ਨਾ, ਰੱਸੀ ਪਰ 'ਤੇ ਗਿਆ, ਮੈਂ ਦੇਖਿਆ ਵੀ ਇਹ ਜਿਹੜਾ ਇਹ ਕਿੰਨਾ ਤਾਂ 5 ਮੀਟਰ। ਇਹ ਤਾਂ ਕਮਾਲ ਹੀ ਹੋ ਗਿਆ। ਰਾਮ ਨੂੰ ਲੱਗਿਆ ਟਾਈਮ ਅਤੇ ਮੈਂ ਪਹੁੰਚ ਗਿਆ ਪਹਿਲਾਂ।
ਕਾਹਤੇ ਪਹੁੰਚ ਗਿਆ? ਪਹਿਲਾਂ ਘੱਟ ਦੂਰੀ ਤੀ। ਆਰਾਮ ਨੂੰ ਟਾਈਮ ਕਾਹਦੇ ਜਾ ਲੱਗਿਆ? ਜ਼ਿਆਦਾ ਦੂਰੀ ਤੀ। ਪਹਿਲਾਂ 3 ਗਿਆ, ਫਿਰ 4 ਹੋਰ ਗਿਆ, 7। ਠੀਕ ਹੈ, ਮੈਂ ਕਿੰਨਾ ਗਿਆ? ਮੇਰਾ ਸ਼ਾਰਟਕਟ ਵਿਸਥਾਪਨ, ਮੇਰਾ ਵਿਸਥਾਪਨ 5 ਮੀਟਰ। ਠੀਕ ਹੈ, ਰਾਮ ਦੀ ਅਸਲ ਦੂਰੀ 7 ਮੀਟਰ। ਸਮਝ ਗਏ? ਅੱਗੇ ਕਿਰਿਆ 8.4 ਸਵੈਚਾਲਿਤ ਵਾਹਨਾਂ ਵਿੱਚ ਇੱਕ ਯੰਤਰ ਲੱਗਿਆ ਹੋਇਆ ਹੁੰਦਾ ਹੈ ਜੋ ਕਿ ਉਹਨਾਂ ਦੁਆਰਾ ਤੈਅ ਕੀਤੀ ਗਈ ਦੂਰੀ ਦਿਖਾਉਂਦਾ ਹੈ। ਇਸ ਯੰਤਰ ਨੂੰ ਓਡੋਮੀਟਰ ਕਹਿੰਦੇ ਆ। ਹੁਣ ਇਹ ਜਿਹੜਾ ਸਾਡਾ ਨਾ ਮੀਟਰ ਹੁੰਦਾ ਨਾ ਮੋਟਰਸਾਈਕਲ ਦਾ, ਇਸ ਤਰ੍ਹਾਂ ਦਾ ਦੇਖਿਆ ਹੋਣਾ ਤੁਸੀਂ, ਗੋਲ ਗੋਲ ਜਿਹਾ। ਠੀਕ ਹੈ, ਮੀਟਰ ਲੱਗਿਆ ਹੁੰਦਾ ਉੱਥੇ ਨਾ। ਇੱਥੇ ਗਿਣਤੀ ਜਿਹੀ ਆਉਂਦੀ ਹੁੰਦੀ, ਇੱਥੇ ਡੱਬੇ ਜਿਹੇ ਭਜੇ ਹੋਏ ਹੁੰਦੇ, ਗਿਣਤੀ ਜਿਹੀ ਆਉਂਦੀ। ਇੱਥੇ ਵਾਲੀ ਜਿਹੜੀ ਇੱਥੇ ਹੁੰਦੀ ਬਿਲਕੁਲ ਲਾਸਟ ਦੇ ਵਿੱਚ, ਉਹ ਛੇਤੀ ਘੁੰਮਦੀ ਹੈ ਵਾਲੀ। ਕਿਆ ਹੁੰਦਾ ਉਹ? 0 1 2 3 4 5 6 7 8 9 ਇੱਦਾਂ ਛੇਤੀ ਵਾਪਸ ਆਉਂਦਾ। ਫਿਰ ਉਹ ਇੱਧਰ ਗਿਣਤੀ ਵੱਧਦੀ ਰਹਿੰਦੀ ਬਾਕੀ ਖੂੰਜਾਂ ਦੇ ਵਿੱਚ। ਠੀਕ ਹੈ, ਇਹ ਜਿਹੜਾ ਹੈ ਇਹਨੂੰ ਮੈਂ ਕਿਆ ਕਹਿੰਦਾ? ਓਡੋਮੀਟਰ। ਠੀਕ ਹੈ, ਓਡੋਮੀਟਰ ਕਿਆ ਕਰਦਾ? ਦੂਰੀ ਤੈਅ ਕੀਤੀ ਹੋਈ ਉਹਨੂੰ ਗਿਣ ਲੈਂਦਾ। ਠੀਕ ਹੈ, ਇੱਕ ਕਾਰ ਨੂੰ ਭੁਵਨੇਸ਼ਵਰ ਤੋਂ ਦਿੱਲੀ ਲੈ ਜਾਇਆ ਜਾਂਦਾ ਹੈ। ਓਡੋਮੀਟਰ ਦੀ ਅੰਤਿਮ ਅਤੇ ਪਹਿਲੀ ਪੜਤ ਵਿੱਚ ਅੰਤਰ 1850 ਕਿਲੋਮੀਟਰ ਹੈ। ਠੀਕ ਹੈ, ਉਹ ਕਿਆ ਕਹਿੰਦਾ? ਇੱਕ ਗੱਡੀ ਹੈ, ਠੀਕ ਹੈ, ਉਹਨੂੰ ਦਿੱਲੀ ਲੈ ਕੇ ਚੱਲੇ। ਠੀਕ ਹੈ, ਮੰਨ ਲਓ ਗੱਡੀ ਸਟਾਰਟ ਹੋਈ 0 ਤੋਂ, ਉਹਦੇ ਪਰ ਜਿਹੜਾ ਓਡੋਮੀਟਰ ਦਾ ਨਾ ਡੱਬਾ ਜਿਹਾ ਲੱਗਿਆ ਵਾ। ਠੀਕ ਹੈ ਨਾ, ਉਹ ਇੱਕ ਮਿੰਟ ਕਿੱਦਾਂ ਹੁੰਦੀ? ਸਾਡਾ ਓਡੋਮੀਟਰ ਦੇ ਲਾਸਟ ਦੇ ਵਿੱਚ ਹੁੰਦਾ 0। ਇਹ ਹੈ ਸਾਡਾ ਓਡੋਮੀਟਰ, ਆਪਾਂ ਲਾਸਟ ਦੇ ਵਿੱਚ 0 ਹੈ। ਠੀਕ ਹੈ, ਇਹ ਕਿੱਥੇ ਤਾਂ ਜਦ ਉਹ ਭੁਵਨੇਸ਼ਵਰ ਤਾਂ ਭੁਵਨੇਸ਼ਵਰ। ਠੀਕ ਹੈ, ਫਿਰ ਉਹ ਚਲਾ ਗਿਆ ਜੀ ਦਿੱਲੀ। ਹੁਣ ਦਿੱਲੀ ਜਾ ਕੇ ਹੀ ਓਡੋਮੀਟਰ ਜਦ ਮੈਂ ਚੈੱਕ ਕੀਤਾ, ਠੀਕ ਹੈ, ਇਹਦੇ ਪਰ ਕਿੰਨਾ ਹੈ ਮੇਰਾ? 18500। ਇਹ ਜਿਹੜਾ ਹੁੰਦਾ ਨਾ, ਇਹ ਮੀਟਰ ਵਾਲਾ ਹੁੰਦਾ। ਠੀਕ ਹੈ, ਆਹ ਚੀਜ਼ ਮੀਟਰ ਵਾਲੀ ਹੁੰਦੀ, ਇਹ ਹੁੰਦੀ ਕਿਲੋਮੀਟਰ ਵਾਲੀ। ਬਾਕੀ ਜਿਹੜਾ ਹੁੰਦਾ, ਠੀਕ ਹੈ, ਓਡੋਮੀਟਰ ਦੇ ਉੱਤੇ ਲਾਸਟ ਵਾਲਾ ਮੀਟਰ ਹੁੰਦਾ ਅਤੇ ਬਾਕੀ ਸਾਰੇ ਕਿਲੋਮੀਟਰ ਦਾ। ਅਤੇ ਮਤਲਬ ਆਹ ਵੀ ਸਾਰੇ 0 ਹੀ ਹੋਣੇ ਜਦ ਅਸੀਂ ਸ਼ੁਰੂ ਕੀਤਾ। ਠੀਕ ਹੈ, 0 ਮੀਟਰ ਤਾਂ 0 ਹੀ ਕਿਲੋਮੀਟਰ 'ਤੇ। ਠੀਕ ਹੈ, ਜਦ ਮੈਂ ਦਿੱਲੀ ਪਹੁੰਚ ਗਿਆ ਉੱਥੇ ਕਿੰਨਾ ਆ ਗਿਆ? 1850 ਬਣ ਗਿਆ ਉਹਦਾ। ਮਤਲਬ ਮੈਂ ਟੋਟਲ ਦੂਰੀ ਕਿੰਨੀ ਤੈਅ ਕੀਤੀ? 1850 ਮਾਈਨਸ 0, 1850 ਕਿਲੋਮੀਟਰ ਟੋਟਲ ਦੂਰੀ ਤੈਅ ਕੀਤੀ ਮੈਂ। ਠੀਕ ਹੈ, ਭਾਰਤ ਦੇ ਸੜਕ ਨਕਸ਼ੇ ਦੀ ਮਦਦ ਨਾਲ ਭੁਵਨੇਸ਼ਵਰ ਅਤੇ ਨਵੀਂ ਦਿੱਲੀ ਦੇ ਵਿੱਚ ਵਿਸਥਾਪਨ ਦੀ ਮਾਤਰਾ ਦਾ ਪਤਾ ਕਰੋ। ਹੁਣ ਕਿਆ ਕਹਿੰਦੇ? ਇੱਕ ਮੈਪ ਲਿਓ। ਠੀਕ ਹੈ ਬੱਚੇ, ਤੁਹਾਡਾ ਹੋਮਵਰਕ ਹੈ, ਇੱਕ ਮੈਪ ਲੈਣਾ ਤੁਸੀਂ। ਇੰਡੀਆ ਦਾ ਮੈਪ ਲਿਆ। ਠੀਕ ਹੈ, ਇੰਡੀਆ ਦਾ ਮੈਪ ਲਿਆ। ਇਹ ਲਓ, ਇੰਡੀਆ ਦਾ ਮੈਪ ਬਣ ਗਿਆ। ਠੀਕ ਹੈ, ਇੰਡੀਆ ਦਾ ਮੈਪ ਲਿਆ ਤੁਸੀਂ ਦੇਖਣਾ ਦਿੱਲੀ ਤੇ ਭੁਵਨੇਸ਼ਵਰ ਜਿਹੜਾ ਹੈਗਾ ਉਹਦੇ ਵਿੱਚ ਕਿੰਨੀ ਵਿਸਥਾਪਨ ਹੈ, ਸ਼ਾਰਟਕਟ ਕਿੰਨਾ ਹੈ। ਠੀਕ ਹੈ, ਸਿੱਧੀ ਲਾਈਨ। ਤੁਸੀਂ ਅੱਜ ਕੱਲ੍ਹ ਤਾਂ ਨੈੱਟ ਵੀ ਬੜਾ ਚੱਲਦਾ ਹੈ ਨਾ, ਆਪਾਂ ਨੈੱਟ 'ਤੇ ਵੀ ਲੱਭ ਸਕਦੇ ਹਾਂ, ਪਰ ਤੁਸੀਂ ਪਹਿਲਾਂ SST ਦੀ ਕਿਤਾਬ ਦੇ ਵਿੱਚ ਲੱਭਣਾ ਇਹਨੂੰ। ਠੀਕ ਹੈ, ਕਿੰਨੀ ਦੂਰੀ ਹੈ, ਅਸਲ ਦੂਰੀ ਕਿੰਨੀ ਹੈ। ਠੀਕ ਹੈ ਬੱਚੋ, ਓਕੇ। ਚਲੋ ਬੱਚੋ, ਅੱਗੇ ਹੁਣ ਪ੍ਰਸ਼ਨ ਕਰੀਏ ਇਹਦੇ। ਇੱਕ ਵਸਤੂ ਦੁਆਰਾ ਕੁਝ ਦੂਰੀ ਤੈਅ ਕੀਤੀ ਗਈ, ਕੀ ਇਸ ਦਾ ਵਿਸਥਾਪਨ 0 ਹੋ ਸਕਦਾ ਹੈ? ਇਹ ਤਾਂ ਅਸੀਂ ਪੜ੍ਹ ਲਿਆ, 0 ਤਾਂ ਹੋ ਹੀ ਸਕਦਾ। ਜੇਕਰ ਹਾਂ ਤਾਂ ਆਪਣੇ ਉੱਤਰ ਨੂੰ ਉਦਾਹਰਣ ਨਾਲ ਸਮਝਾਓ। ਜਦ ਮੈਂ ਦੱਸਿਆ ਨਾ ਤੁਹਾਨੂੰ ਕਿ ਜਦ ਕਿਸੇ ਦੀ ਜਿੱਥੇ ਤੋਂ ਸਟਾਰਟ ਕਰਦਾ ਵੀ ਉਹੀ ਜਗ੍ਹਾ ਹੈ, ਵਾਪਸ ਮੁੜ ਕੇ ਫਿਰ ਉਸੇ ਜਗ੍ਹਾ 'ਤੇ ਵਾਪਸ ਆ ਗਿਆ ਹੈ ਨਾ, ਉਸੇ ਜਗ੍ਹਾ 'ਤੇ। ਠੀਕ ਹੈ, ਉਸ ਵੇਲੇ ਉਹਦਾ ਵਿਸਥਾਪਨ ਕਿਆ ਹੁੰਦਾ? 0। ਮਤਲਬ ਉਹਦੀ ਸ਼ੁਰੂ ਵਾਲੀ ਅਵਸਥਾ ਅਤੇ ਅੰਤ ਵਾਲੀ ਅਵਸਥਾ ਇੱਕੋ ਜਗ੍ਹਾ ਹੋਵੇ। ਠੀਕ ਹੈ, ਉਸ ਵੇਲੇ ਉਹਦੇ ਵਿਸਥਾਪਨ ਕਿਆ ਹੋ ਸਕਦਾ? 0। ਅਸੀਂ ਕਹਿ ਸਕਦੇ ਆਰਾਮ ਇੱਕ ਗੋਲ ਟਰੈਕ ਦੇ ਉੱਤੇ ਘੁੰਮ ਰਿਹਾ ਸੀ। ਠੀਕ ਹੈ, ਉਹ ਫਿਰ ਆਪਣੀ ਜਗ੍ਹਾ 'ਤੇ ਵਾਪਸ ਆ ਗਿਆ। ਠੀਕ ਹੈ, ਮੰਨ ਲਓ ਉਹ ਜਗ੍ਹਾ ਤੀ, ਉਹ 'ਤੇ ਫਿਰ ਵਾਪਸ ਆ ਗਿਆ, ਤਾਂ ਉਹਦਾ ਵਿਸਥਾਪਨ ਕਿਆ ਹੋ ਗਿਆ? 0 ਹੋ ਗਿਆ। ਠੀਕ ਹੈ, ਇੱਕ ਕਿਸਾਨ 10 ਮੀਟਰ ਦੀ ਭੁਜਾ ਵਾਲੇ ਇੱਕ ਵਰਗਾਕਾਰ ਖੇਤ ਦੀ ਸੀਮਾ 'ਤੇ 40 ਸਕਿੰਟ ਵਿੱਚ ਇੱਕ ਚੱਕਰ ਲਗਾਉਂਦਾ ਹੈ। ਹੁਣ ਆਪਾਂ ਬਣਾ ਲੈਂਦੇ ਹਾਂ ਖੇਤ। ਹਾਂ ਜੀ, ਵਰਗਾਕਾਰ ਖੇਤ ਸਾਡਾ, ਜਿਹਦੀ ਕਿੰਨਾ ਹੈ ਇੱਧਰ ਵੀ ਸੌਰੀ ਕਿੰਨਾ ਹੈ ਸਾਡਾ? 10 ਇੱਧਰ ਹੈ
10 ਮੀਟਰ ਇੱਧਰ ਹੈ ਭੁਜਾ ਉਹਦੀ, 10 ਮੀਟਰ ਇੱਧਰ ਹੈ ਅਤੇ 10 ਮੀਟਰ ਇੱਧਰ ਹੈ। ਠੀਕ ਹੈ, ਮੰਨ ਲਓ ਮੈਂ ਇਹਦਾ ਨਾਮ ਦੇ ਦਿੰਦਾ ਖੇਤ ਦੀ ਸਾਈਡਾਂ ਦਾ A B C ਅਤੇ D। ਠੀਕ ਹੈ, ਹੁਣ ਕਿਆ ਹੋਇਆ, ਕਹਿੰਦਾ ਇਹ ਜਿਹੜਾ ਬੰਦਾ ਇਹ ਕਿਸਾਨ ਹੈ ਉਹ ਕਿਆ ਕਰਦਾ, ਕਹਿੰਦਾ 40 ਸਕਿੰਟ 'ਚ ਚੱਕਰ ਲਾ ਲੈਂਦਾ, ਮਤਲਬ 10 ਸਕਿੰਟ ਇੱਧਰ ਨੂੰ ਲਾਏ, 10 20 30 40, ਮਤਲਬ 40 ਸਕਿੰਟ 'ਚ A ਦੇ ਉੱਪਰ ਵਾਪਸ ਆ ਜਾਂਦਾ ਕਿਸਾਨ। ਠੀਕ ਹੈ, ਹੁਣ ਕਹਿੰਦਾ 2 ਮਿੰਟ 20 ਸਕਿੰਟ ਦੇ ਬਾਅਦ ਕਿਸਾਨ ਕਿੱਥੇ ਹੋਣਾ, ਉਹਦੀ ਵਿਸਥਾਪਨ ਕਿਆ ਹੋਣੀ ਅਤੇ ਉਹਦੀ ਅਸਲ ਦੂਰੀ ਕਿਆ ਹੋਊਗੀ। ਠੀਕ ਹੈ, 40 ਤਾਂ ਆਪਾਂ ਪੜ੍ਹ ਲੈਣਾ, 40 ਹੋ ਗਿਆ ਉਰੇ ਤੱਕ। 40 ਪਹਿਲਾਂ ਅਸੀਂ ਦੇਖ ਲਈਏ, 1 ਮਿੰਟ ਅਸੀਂ ਪਹਿਲਾਂ ਦੇਖ ਲਈਏ 2 ਮਿੰਟ 20 ਸਕਿੰਟ ਕਿੰਨੇ ਸੈਕਿੰਡ ਹੁੰਦੇ, ਪਹਿਲਾਂ ਇਹਨੂੰ ਸਕਿੰਟਾਂ 'ਚ ਤਾਂ ਬਦਲੀਏ, ਆਪਣਾ ਕੁਐਸਚਨ ਤਾਂ ਸਕਿੰਟਾਂ 'ਚ ਤਾਂ। ਠੀਕ ਹੈ, ਹੁਣ 2 ਮਿੰਟ ਦਾ ਮਤਲਬ ਕਿਆ ਹੁੰਦਾ, 2 ਗੁਣਾ 60 ਸਕਿੰਟ, 2 ਮਿੰਟ ਦਾ ਮਤਲਬ ਇਹ ਹੁੰਦਾ, ਮਤਲਬ 120 ਸਕਿੰਟ। ਠੀਕ ਹੈ, ਅਤੇ ਉਹਦੇ ਵਿੱਚ ਜਮਾਂ ਜੋੜ ਦਿੱਤੇ 2 ਮਿੰਟ 20 ਸਕਿੰਟ 'ਤੇ ਨਾ, 2 ਮਿੰਟ ਅਤੇ 20 ਸਕਿੰਟ ਹੋਰ ਜੋੜ ਦਿਓ, ਕਿੰਨੇ ਹੋ ਗਏ 140 ਸਕਿੰਟ। ਮਤਲਬ ਹੁਣ ਅਸੀਂ ਪਤਾ ਕਰਨਾ 140 ਸਕਿੰਟ ਬਾਅਦ ਉਹ ਕਿਸਾਨ ਕਿੱਥੇ ਤਾ, ਕਿਸਾਨ ਕਾਹਦੇ ਪਰ ਤਾ, ਇਸ ਖੇਤ ਦੇ ਆਲਾ ਦੁਆਲਾ ਜਾ ਰਿਹਾ ਤਾ, ਜਿਹਦਾ ਨਾਮ ਤਾਂ A B C ਅਤੇ D। ਆਹ ਵੀ ਦੱਸਤੀ, ਇਹ ਵੀ ਦੱਸਤੀ ਜੀ, ਇਹ ਵੀ ਦੱਸਤੀ ਅਤੇ ਇਹ ਵੀ ਦੱਸਤੀ। ਠੀਕ ਹੈ, ਕਿਸਾਨ ਕਿੱਦਾਂ ਗਿਆ, ਇੱਦਾਂ 40 ਸਕਿੰਟ, 10 ਸਕਿੰਟ ਇੱਧਰ ਨੂੰ ਲੱਗੇ, 10 ਇੱਧਰ ਨੂੰ, 30 ਅਤੇ 40। ਠੀਕ ਹੈ, 10 ਸਕਿੰਟ ਲੱਗਦੇ ਹਰੇਕ ਸਾਈਡ ਪਰ ਜਾਣ ਨੂੰ ਉਹਨੂੰ। ਠੀਕ ਹੈ, 40 ਸਕਿੰਟ, ਟੋਟਲ ਕਿੰਨਾ ਜਾਣਾ ਤਾਂ ਅਸੀਂ 140 ਸਕਿੰਟ। ਠੀਕ ਹੈ, 40 ਹੋ ਗਏ, 50 60 70 80 90 100 110 120 130 140, ਮਤਲਬ ਉਹ ਕਿੱਥੇ ਪਹੁੰਚ ਗਿਆ, C ਦੇ ਉੱਤੇ। ਠੀਕ ਹੈ, ਉਹਨੇ ਅਸਲ ਦੂਰੀ ਕਿੰਨੀ ਤੈਅ ਕੀਤੀ, ਉਹੀ 10 ਸਕਿੰਟ 'ਚ ਜੇਕਰ ਉਹ 10 ਕਿਲੋਮੀਟਰ ਜਾਂਦਾ, 10 ਮੀਟਰ ਜਾਂਦਾ ਤਾਂ 140 ਸੈਕਿੰਡ ਦੇ ਵਿੱਚ ਉਹ ਕਿੰਨੀ ਦੂਰ ਗਿਆ, ਫਿਰ 140 ਸਕਿੰਟ 'ਚ 140 ਮੀਟਰ ਹੀ ਗਿਆ। ਠੀਕ ਹੈ, 140 ਮੀਟਰ ਗਿਆ। ਹੁਣ ਕਹਿੰਦਾ, ਹੁਣ ਕੀ ਕਹਿੰਦਾ, ਹਾਂਜੀ ਹੁਣ ਉਹ ਕੀ ਕਹਿੰਦਾ, ਕਹਿੰਦਾ ਉਹਦਾ ਵਿਸਥਾਪਨ ਪਤਾ ਕਰੋ। ਵਿਸਥਾਪਨ ਕਹਿੰਦਾ ਸ਼ੋਰਟਕੱਟ। ਉਹ ਬੰਦਾ ਕਹਿੰਦਾ ਭਾਈ ਤੁਸੀਂ 140 ਮੀਟਰ ਗਏ, ਬੰਦਾ ਪਤਾ ਨਹੀਂ ਕਿਹੜਾ ਹੈ ਪਰ ਸਮਝਦਾਰ ਬੜਾ ਹੈ। ਕਹਿੰਦਾ ਬਈ ਤੂੰ 140 ਮੀਟਰ ਘੁੰਮ ਘੁਮਾ ਕੇ ਇੱਦਾਂ 140 ਮੀਟਰ ਗਿਆ, ਤੈਨੂੰ ਆ ਸਿੱਧੀ ਰਸਤਾ ਨਹੀਂ ਦੇ ਦਿੱਤਾ ਸ਼ੋਰਟਕੱਟ, A ਤੋਂ C ਪਰ ਚੱਲ ਜਾਂਦਾ, ਇੱਥੇ ਖੜ੍ਹ ਜਾਂਦਾ A ਤੋਂ C ਜਾ ਕੇ, ਹੈ ਨਾ। ਫਿਰ ਇਹ ਕਿੰਨੀ ਦੂਰੀ ਹੋਈ, ਹੁਣ ਇਹ ਜਿਹੜਾ ਸਾਡੇ ਕੋਲ ਕੀ ਹੈ 90 ਡਿਗਰੀ, ਹੈ ਨਾ, ਕਿਆ ਤਾਂ ਇਹ ਵਰਗਾਕਾਰ ਤਾਂ ਨਾ। ਠੀਕ ਹੈ, ਅਤੇ 90 ਡਿਗਰੀ ਦਾ ਆਹ ਐਂਗਲ, ਅਤੇ ਇੱਕ ਸਾਈਡ ਆਹ 10 ਮੀਟਰ ਦੀ, ਇੱਕ ਸਾਈਡ ਆਹ 10 ਮੀਟਰ ਦੀ, ਇੱਕ ਆਹ ਤੀਜੀ ਸਾਈਡ ਜਿਹਨੂੰ ਅਸੀਂ ਕਿਆ ਕਹਿੰਦੇ, ਇਹ ਜੇਕਰ ਇਹ ਸਾਡਾ ਬੇਸ ਹੋ ਗਿਆ, ਇਹ ਸਾਡਾ ਪਰਪੈਂਡੀਕੂਲਰ ਹੋ ਗਿਆ, ਤਾਂ ਇਹਨੂੰ ਅਸੀਂ ਕਿਆ ਕਹਿੰਦੇ ਹਾਈਪੋਟੀਨਿਊਜ਼। ਮਤਲਬ ਇੱਥੇ ਸਾਡੀ ਪਾਇਥਾਗੋਰਸ ਥਿਊਰਮ ਲੱਗ ਸਕਦੀ, ਹੈ ਨਾ। ਪਾਇਥਾਗੋਰਸ ਥਿਊਰਮ ਕਿਆ ਕਹਿੰਦੀ, ਜੇਕਰ ਅਸੀਂ ਇਹਦਾ ਸਕੇਅਰ ਕਰ ਦਈਏ, ਜਮਾ ਇਹਦਾ ਸਕੇਅਰ ਕਰ ਦਈਏ, ਤਾਂ ਕਾਹਦੇ ਬਰਾਬਰ ਹੋਣਾ, ਇਹਦੇ ਸਕੇਅਰ ਦੇ ਬਰਾਬਰ। ਠੀਕ ਹੈ, ਮੈਂ ਕੱਢਾਂ, ਕਿਆ ਕਹਿੰਦਾ ਜਿਹੜਾ AC ਹੈ ਉਹਦਾ ਸਕੇਅਰ, AC ਸਾਈਡ ਇਹਦੀ ਨਾ, AC ਦਾ ਸਕੇਅਰ ਸਭ ਤੋਂ ਬੜੀ ਸਾਈਡ ਦਾ ਸਕੇਅਰ, ਬਾਕੀ ਦੋਨਾਂ ਸਾਈਡਾਂ ਜਿਹੜੀਆਂ ਤੀਆਂ ਉਹਨਾਂ ਦੇ ਸਕੇਅਰ ਦੇ ਜੋੜ ਦੇ ਬਰਾਬਰ ਹੁੰਦਾ। ਸਕੇਅਰ ਵੀ ਕਰਤਾ ਅਤੇ ਜੋੜ ਵੀ ਕਰ ਦਿੱਤਾ ਮੈਂ। ਠੀਕ ਹੈ, ਸਮਝ ਗਏ ਬੱਚਾ, ਸਕੇਅਰ ਵੀ ਕਰ ਦਿੱਤਾ ਅਤੇ ਜੋੜ ਵੀ ਕਰ ਦਿੱਤਾ। ਹੁਣ ਦੇਖੀਏ AC ਤਾਂ ਮੈਨੂੰ ਪਤਾ ਨਹੀਂ ਕਿੰਨਾ ਹੈ, AC ਦਾ ਸਕੇਅਰ, AB ਕਿੰਨਾ ਤਾਂ 10, ਉਹਦਾ ਸਕੇਅਰ, BC ਵੀ ਕਿੰਨਾ ਤਾਂ 10, ਉਹਦਾ ਸਕੇਅਰ ਕਿੰਨਾ ਹੋ ਗਿਆ, ਇਹ 100 ਜਮਾ 100, 10 ਦਾ ਸਕੇਅਰ 100, ਅਤੇ 10 ਦਾ ਸਕੇਅਰ 100, ਅਤੇ 100 ਜਮਾ 100 ਕਿੰਨਾ ਹੋ ਗਿਆ ਸਾਡਾ 200। ਠੀਕ ਹੈ, ਕਿੰਨਾ ਹੋ ਗਿਆ, ਮਤਲਬ ਸਾਡਾ AC ਸਕੇਅਰ ਕਾਹਦੇ ਬਰਾਬਰ ਹੋ ਗਿਆ 200। ਠੀਕ ਹੈ, ਮੈਂ ਇਹਨੂੰ ਤਾਂ ਲਿਖ ਸਕਦਾ 2 ਗੁਣਾ 100 ਲਿਖ ਸਕਦਾ। ਠੀਕ ਹੈ, ਫਿਰ ਮੈਂ AC ਦਾ ਸਕੇਅਰ ਥੋੜ੍ਹਾ ਨਾ ਕੱਢਣਾ, AC ਕੱਢਣਾ ਤਾਂ ਹੁਣ ਜੇ ਮੈਂ ਸਕੇਅਰ ਤੋਂ AC ਵੱਲੋਂ ਜਾਣਾ ਹੋਵੇ, ਮੈਂ ਦੋਨੇ ਪਾਸੇ ਕਿਆ ਕਰ ਦਿੰਦਾ, ਕਹਿੰਦਾ ਅੰਡਰ ਰੂਟ ਕਰ ਦਿੰਦਾ, ਦੋਨੇ ਪਾਸੇ ਅੰਡਰ ਰੂਟ ਕਰ ਦਈਏ। ਠੀਕ ਹੈ, ਜਦ ਮੈਂ ਇੱਧਰ ਅੰਡਰ ਰੂਟ ਕੀਤਾ ਤਾਂ ਸਕੇਅਰ ਨਾਲ ਅੰਡਰ ਰੂਟ ਕੱਟ ਗਿਆ। ਠੀਕ ਹੈ, ਇੱਧਰ ਕਿਆ ਰਹਿ ਗਿਆ, ਅੰਡਰ ਰੂਟ ਰਹਿ ਗਿਆ, ਇੱਧਰ ਤਾਂ ਰਹਿ ਗਿਆ। ਹੁਣ ਅੰਡਰ ਰੂਟ 2 ਤਾਂ ਅੰਡਰ ਰੂਟ ਤਾਂ ਕਦੇ ਬਾਹਰ ਹੀ ਨਹੀਂ ਆਉਂਦਾ, ਇਹ ਤਾਂ ਅੰਦਰ ਹੀ ਰਹਿ ਗਿਆ। 100 ਦਾ ਕੀ ਹੈ, 10 ਗੁਣਾ 10 100 ਹੁੰਦਾ,
ਮਤਲਬ 100 ਦਾ ਇੱਕ ਜ਼ੀਰੋ ਤਾਂ ਬਾਹਰ ਆਈ ਜਾਣੀ, ਮਤਲਬ 10 ਤਾਂ ਬਾਹਰ ਆ ਸਕਦੇ। ਕਿੰਨਾ ਹੋ ਗਿਆ ਇਹ 10 ਅੰਡਰ ਰੂਟ 2 ਮੀਟਰ। ਮਤਲਬ AC ਦੀ ਦੂਰੀ ਕਿੰਨੀ ਤੀ 10 ਅੰਡਰ ਰੂਟ 2 ਮੀਟਰ। ਉਹ ਕਹਿੰਦਾ ਉਹੀ 140 ਮੀਟਰ ਕਿੱਥੇ ਤੇ ਕਿੱਥੇ ਤੂੰ 10 ਅੰਡਰ ਰੂਟ 2 ਮੀਟਰ ਜਾਂਦਾ, ਘੱਟ ਹੀ ਹੈ ਨਾ, ਵਿਸਥਾਪਨ ਘੱਟ ਹੈ ਅਸਲ ਦੂਰੀ ਨਾਲ ਤੇ, ਠੀਕ ਹੈ, ਕੁੱਲ ਦੂਰੀ ਨਾਲ ਤੇ। ਹੁਣ ਕਹਿੰਦਾ ਤੀਜਾ ਕੁਐਸਚਨ ਕੀ ਹੈ, ਵਿਸਥਾਪਨ ਲਈ ਹੇਠ ਲਿਖੇ ਵਿੱਚੋਂ ਕੀ ਸਹੀ ਹੈ। ਕਹਿੰਦਾ ਵਿਸਥਾਪਨ ਦੇ ਲਈ ਜਿਹੜੇ ਥੱਲੇ ਦਿੱਤੀਆਂ ਹੋਈਆਂ ਇਹਨਾਂ ਦੇ ਵਿੱਚੋਂ ਕੀ ਸਹੀ ਹੈ, ਠੀਕ ਹੈ। ਤੇ ਇਹ ਕਿਆ ਹੈ, ਇਹ ਸਿਫਰ ਨਹੀਂ ਹੋ ਸਕਦਾ। ਆਪਾਂ ਤਾਂ ਪੜ੍ਹਿਆ ਪਹਿਲਾ ਕੁਐਸਚਨ ਹੀ ਇਹੀ ਤਾਂ, ਕਿਆ ਕਹਿੰਦਾ ਸਿਫਰ ਹੋ ਸਕਦਾ ਕਿ ਨਹੀਂ, ਆਪਾਂ ਦੱਸਿਆ ਵੀ ਹੋ ਸਕਦਾ, ਮਤਲਬ ਇਹ ਤਾਂ ਗਲਤ ਹੈ, ਇਹ ਆਪਸ਼ਨ ਗਲਤ ਹੈ। ਹੁਣ ਬੀ ਆਪਸ਼ਨ, ਇਸ ਦੀ ਮਾਤਰਾ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਤੋਂ ਜ਼ਿਆਦਾ ਹੁੰਦੀ ਹੈ। ਹੁਣ ਬੀ ਆਪਸ਼ਨ ਵੀ ਮੈਨੂੰ ਗਲਤ ਲੱਗ ਰਿਹਾ, ਕਾਹਤੇ? ਉਹ ਕਹਿੰਦਾ ਜਿਹਦਾ ਨਾਮ ਹੀ ਸ਼ਾਰਟਕਟ ਹੈ ਉਹ ਲੰਬੀ ਦੂਰੀ ਤੋਂ ਬੜਾ ਕਿੱਦਾਂ ਹੋ ਜਾਣਾ। ਇਹ ਕਹਿੰਦਾ ਬੜਾ ਹੋ ਸਕਦਾ। ਅਸੀਂ ਪੜ੍ਹੇ ਹੀ ਹੈ ਵਿਸਥਾਪਨ ਤਾਂ ਜਾਂ ਤਾਂ ਬਰਾਬਰ ਹੋ ਸਕਦਾ ਅਸਲ ਦੂਰੀ ਦੇ, ਪਰ ਬੜਾ ਥੋੜ੍ਹਾ ਹੋ ਸਕਦਾ, ਛੋਟਾ ਹੀ ਹੁੰਦਾ ਉਹ 'ਤੇ। ਜਾਂ ਤਾਂ ਬਰਾਬਰ ਹੋ ਸਕਦਾ ਜਾਂ ਫਿਰ ਉਹ ਤੋਂ ਛੋਟਾ ਹੋ ਸਕਦਾ, ਬੜਾ ਨਹੀਂ ਹੋ ਸਕਦਾ ਅਸਲ ਦੂਰੀ 'ਤੇ ਵਿਸਥਾਪਨ। ਸ਼ਾਰਟਕਟ ਕਦੇ ਵੀ ਬੜਾ ਨਹੀਂ ਹੋ ਸਕਦਾ ਅਸਲ ਦੂਰੀ ਨਾਲ 'ਤੇ, ਠੀਕ ਹੈ ਨਾ। ਬਰਾਬਰ ਤਾਂ ਹੋ ਸਕਦਾ ਪਰ ਉਹ 'ਤੇ ਬੜਾ ਨਹੀਂ ਹੋ ਸਕਦਾ, ਠੀਕ ਹੈ। ਇਸ ਦਾ ਮਤਲਬ ਬੀ ਆਪਸ਼ਨ ਵੀ ਸਾਡਾ ਗਲਤ ਹੈ, ਦੋਨੇ ਆਪਸ਼ਨ ਗਲਤ ਹੈ, ਠੀਕ ਹੈ ਬੱਚਿਓ। ਚਲੋ ਹੁਣ ਅੱਗੇ ਅਸੀਂ, ਜੇਕਰ ਕਿਸੇ ਨੂੰ ਇੱਥੇ ਤੱਕ ਪਹਿਲਾ ਕੁਐਸਚਨ ਹੈ ਕੋਈ, ਤਾਂ ਉਹ ਕਮੈਂਟ ਬਾਕਸ ਵਿੱਚ ਟਾਈਪ ਕਰ ਦੇਣ ਵੀ ਸਾਨੂੰ ਇਸ ਜਗ੍ਹਾ 'ਤੇ ਪ੍ਰੋਬਲਮ ਆ ਰਹੀ, ਸਮਝ ਨਹੀਂ ਆ ਰਿਹਾ, ਠੀਕ ਹੈ। ਤਾਂ ਅਗਲੀ ਵੀਡੀਓ 'ਚ ਅਸੀਂ ਉਸਦਾ ਆਨਸਰ ਦੇ ਦੇਵਾਂਗੇ, ਠੀਕ ਹੈ। ਅਤੇ ਹੁਣ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਓਕੇ, ਬਾਏ ਬਾਏ।